ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ। ਇਸ ਵੇਲੇ ਜਿਹੜੀ ਘਟਨਾ ਵਾਪਰੀ ਹੈ ਇਤਿਹਾਸਿਕ ਗੁਰਦੁਆਰਾ ਸ੍ਰੀ ਕੋਤਵਾਲ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ, ਔਰ ਜਿਵੇਂ 24 ਘੰਟਿਆਂ 'ਚ 2 ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਉਸ ਤੋਂ ਬਾਅਦ ਸਵਾਲ ਖੜਾ ਹੋ ਰਿਹਾ, ਸਿੱਖ ਸੰਗਤ 'ਚ ਰੋਸ ਪਾਇਆ ਜਾ ਰਿਹਾ ਹੈ, ਨਾਨਕ ਨਾਮ ਲੇਵਾ ਸੰਗਤ 'ਚ ਰੋਸ ਪਾਇਆ ਜਾ ਰਿਹਾ ਹੈ ਕਿ ਆਖਰ ਇਹ ਬੇਅਦਬੀ ਦੀਆਂ ਘਟਨਾਵਾਂ ਕਦੋਂ ਰੁਕਣਗੀਆਂ। ਇਹ ਸਿਲਸਿਲਾ ਅੱਜ ਦਾ ਨਹੀਂ ਚੱਲ ਰਿਹਾ, ਪਿਛਲੇ 1 ਸਾਲ ਦਾ ਨਹੀਂ ਚੱਲ ਰਿਹਾ, ਪਿਛਲੇ 5 ਸਾਲ ਦਾ ਨਹੀਂ, ਬਲਕਿ ਦਹਾਕਿਆਂ ਤੋਂ ਇਹ ਸਿਲਸਿਲਾ ਚੱਲਦਾ ਆ ਰਿਹਾ ਹੈ। ਅੱਜ 24 ਅਪ੍ਰੈਲ ਹੈ। 24 ਅਪ੍ਰੈਲ ਦਾ ਇੱਕ ਵੱਡਾ ਇਤਿਹਾਸ ਹੈ। ਅੱਜ ਦੇ ਦਿਨ ਹੀ ਇੱਕ ਵੱਡਾ ਕਤਲ ਹੋਇਆ ਸੀ, ਉਹ ਵੀ ਬੇਅਦਬੀ ਦੇ ਰੋਸ ਵਜੋਂ ਹੋਇਆ ਸੀ। ਔਰ ਜਿੰਨੀ ਕਿ ਮੇਰੀ ਜਾਣਕਾਰੀ ਦੇ ਵਿੱਚ ਹੈ 80 ਤੋਂ ਬਾਅਦ ਲਗਾਤਾਰ ਸ਼ੁਰੂ ਹੋਇਆ ਬੇਅਦਬੀ ਦਾ ਸਿਲਸਿਲਾ ਹਲੇ ਤੱਕ ਨਹੀਂ ਰੁਕ ਰਿਹਾ। ਚਾਹੇ ਨਕੋਦਰ ਘਟਨਾ ਦੀ ਗੱਲ ਕਰੀਏ, ਉਹਦੇ ਬੇਅਦਬੀ ਤੋਂ ਬਾਅਦ ਰੋਸ ਵਜੋਂ ਜਦੋਂ ਇਨਸਾਫ ਦੀ ਗੁਹਾਰ ਲੈ ਕੇ ਸਿੱਖ ਸੰਗਤ ਜਾਂਦੀ ਹੈ, 4 ਨੌਜਵਾਨ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਜਾਂਦੇ ਆ। ਅਜਿਹੀ ਘਟਨਾ 2015 ਦੇ ਵਿੱਚ ਵਾਪਰਦੀ ਹੈ ਬਰਗਾੜੀ ਤੋਂ ਬਾਅਦ ਬਾਈਬਲ ਕਲਾਂ ਗੋਲੀकांड ਵਾਪਰਦਾ ਹੈ ਤੇ ਉਹਦੇ ਵਿੱਚ ਵੀ ਜਿਹੜਾ 2 ਜਿਹੜੇ ਆ ਉਹ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਆ। ਉਸ ਤੋਂ ਬਾਅਦ ਵੀ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਔਰ ਜਿਹੜਾ ਇਤਿਹਾਸਿਕ ਗੁਰਦੁਆਰਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਜਿਹੜਾ ਹੈ ਗੰਗੂ ਬਾਹਮਣ ਦੀ ਸੂਹ ਦੇਣ ਤੋਂ ਬਾਅਦ ਜਿਹੜਾ ਰੱਖਿਆ ਗਿਆ ਸੀ, ਤੇ ਉੱਥੇ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਇੱਕ ਨੌਜਵਾਨ ਆਉਂਦਾ ਹੈ ਤੇ ਬੂਟ ਪਾ ਕੇ ਤਾਬਿਆਂ ਤੇ ਬੈਠੇ ਜਿਹੜੇ ਸਿੰਘ ਨੇ, ਮਹਾਰਾਜ ਦੀ ਤਾਬਿਆਂ ਤੇ ਬੈਠੇ ਸਿੰਘ, ਉਹਨਾਂ ਦੇ ਨਾਲ ਹੱਥੋਂ ਪਾਈ ਕਰਦਾ ਹੈ ਤੇ ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਨਾਲ ਕੁੱਟਮਾਰ ਕਰਦਾ। ਉਸ ਤੋਂ ਬਾਅਦ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਉਹਨਾਂ ਦੇ ਨਾਲ ਬੇਪਤ ਕੀਤੀ ਜਾਂਦੀ ਹੈ ਮਹਾਰਾਜ ਦੇ ਸਰੂਪਾਂ ਦੀ। ਔਰ ਇਸ ਤੋਂ ਬਾਅਦ ਤਸਵੀਰਾਂ ਉਹ ਵੀ ਸਾਹਮਣੇ ਆਈਆਂ ਜਦੋਂ ਸੰਗਤ ਨੇ ਜਦੋਂ ਉਸ ਨੂੰ ਫੜ ਕੇ ਉਸ ਦਾ ਕੁਟਾਪਾ ਕੀਤਾ, ਪਰ ਉਸ ਤੋਂ ਬਾਅਦ ਉਸ ਨੂੰ ਪੁਲਿਸ ਦੀ ਕਸਟਡੀ ਦੇ ਵਿੱਚ ਲੈ ਗਏ। ਪੁਲਿਸ ਦੀ ਕਸਟਡੀ ਤੋਂ ਬਾਅਦ ਕੀ ਹੁੰਦਾ ਕਿ ਮੌਜੂਦਾ ਸਥਿਤੀ ਹੈ ਕਿ ਸੰਗਤ ਨੇ ਥਾਣਾ ਘੇਰ ਲਿਆ। ਉਹ ਕਹਿੰਦੇ ਆ ਸਾਨੂੰ 295 ਮਨਜ਼ੂਰ ਨਹੀਂ ਹੈ, 295 ਸਾਨੂੰ ਜਿਹੜੀ ਹੈ ਉਹ ਮਨਜ਼ੂਰ ਨਹੀਂ ਹੈ, ਸਖਤ ਐਕਸ਼ਨ ਹੋਵੇ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਬੇਅਦਬੀ ਦੀ ਘਟਨਾ ਵਾਪਰੀ ਸੀ, ਉੱਥੇ ਸੋਧਾ ਲਾਇਆ ਗਿਆ ਸੀਗਾ। ਉਹਨਾਂ ਚੀਜ਼ਾਂ ਦਾ ਜ਼ਿਕਰ ਜਿਹੜਾ ਦੁਬਾਰਾ ਤੋਂ ਕੀਤਾ ਜਾ ਰਿਹਾ ਹੈ ਕਿ ਸੋਧਾ ਲਾਇਆ ਜਾਵੇ। ਇਸ ਵਿਸ਼ੇ ਦੇ ਉੱਤੇ ਇਸ ਗੱਲਬਾਤ ਵੀ ਅਸੀਂ ਕਰਾਂਗੇ, ਸਾਡੇ ਨਾਲ ਮਾਹਰ ਵੀ ਰਹਿਣਗੇ। ਪਰ ਤਸਵੀਰਾਂ ਇੱਕ ਵਾਰੀ ਮੈਂ ਜ਼ਰੂਰ ਦਿਖਾਉਣਾ ਚਾਹੂੰਗਾ ਜਿਹੜਾ ਕਿ ਵਿਰੋਧ ਹੋਇਆ ਔਰ ਸਵੇਰ ਦੀ ਜਿਹੜੀ ਉਹ ਘਟਨਾ ਵਾਪਰੀ ਹੈ, ਜਿਸ ਤਰੀਕੇ ਦੇ ਨਾਲ ਇਸ ਘਟਨਾ ਨੇ ਸਭ ਦੀ ਸ਼ਾਹ ਰਗ ਤੱਕ ਨੂੰ ਤੜਪਾ ਕੇ ਰੱਖ ਦਿੱਤਾ ਹੈ। ਔਰ ਇੰਨੀ ਨਿੰਦਣਯੋਗ ਘਟਨਾ 24 ਅਪ੍ਰੈਲ ਵਾਲੇ ਦਿਨ ਜਿਹੜੀ ਇਹ ਵਾਪਰਦੀ ਹੈ, ਉਸ ਤੋਂ ਬਾਅਦ ਸਾਰੇ ਹਿਰਦੇ ਜਿਹੜੇ ਆ ਉਹ ਵਲੁੰਦਰੇ ਹੋਏ ਆ। ਮੁੱਖ ਮੰਤਰੀ ਤੱਕ ਜਿਹੜਾ ਹੈ ਉਹ ਇਸ ਦੇ ਉੱਤੇ ਪੋਸਟ ਕਰਦੇ ਆ ਕਿ ਨਿਆਂ ਦਿੱਤਾ ਜਾਊਗਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਪਰ ਇਹਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਆਖਰ ਇਹ ਰੁਕਣਗੀਆਂ ਕਿਵੇਂ। ਜੇ ਇਹ ਲੋਕਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ ਤਾਂ ਇਹਨਾਂ ਦੀ ਮਾਨਸਿਕ ਸਥਿਤੀ ਦਾ ਜਿਹੜਾ ਨਤੀਜਾ ਇਹਨਾਂ ਦੇ ਆਪਦੇ ਘਰ 'ਚ ਕਿਉਂ ਨਹੀਂ ਨਿਕਲਦਾ? ਇਹ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਜੀਆਂ ਨਾਲ ਕੋਈ ਬਦਸਲੂਕੀ ਕਿਉਂ ਨਹੀਂ ਕਰਦੇ? ਉੱਤੇ ਜੀ ਗੱਲ ਕਿਉਂ ਨਹੀਂ ਆਉਂਦੀ? ਇਦਾਂ ਦੇ ਤਰਕ ਜਿਹੜੇ ਆ ਉਹ ਇਸ ਬੇਅਦਬੀ ਤੋਂ ਬਾਅਦ ਆਏ ਆ ਕਿ ਕੋਈ ਵੀ ਬੰਦਾ ਜਦੋਂ ਫੜ ਲਿਆ ਜਾਂਦਾ ਉਹਦੀ ਇੱਕੋ ਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਬੇਅਦਬੀ ਕਰਨ ਵਾਲੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਸੀ। ਜੇ ਮਾਨਸਿਕ ਸੰਤੁਲਨ ਠੀਕ ਨਹੀਂ ਸੀ ਫਿਰ ਉਸ ਨੂੰ ਖੁੱਲਾ ਕਿਉਂ ਛੱਡ ਦਿੱਤਾ ਜਾਂਦਾ? ਔਰ ਇਸ ਦੇ ਵਿੱਚ ਸਵਾਲ ਇਹ ਵੀ ਖੜੇ ਹੁੰਦੇ ਆ ਕਿ ਇਹਨਾਂ ਗੁਰਦੁਆਰਿਆਂ ਨੂੰ ਜਦੋਂ ਕਮੇਟੀ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਕੇ ਸਾਂਭ ਸੰਭਾਲ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਉੱਥੇ ਤਾਇਨਾਤ ਜਿਹੜੀ ਇੱਕ ਟਾਸਕ ਫੋਰਸ ਵੀ ਹੁੰਦੀ ਹੈ ਕਿ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਤੈਅ ਹੁੰਦੀ ਹੈ ਇਹ ਅਜਿਹੇ ਲੋਕਾਂ ਨੂੰ ਸੰਭਾਲਣ ਦੇ ਲਈ। ਜਿਵੇਂ ਉਸ ਨੌਜਵਾਨ ਨੇ ਕਿਹਾ ਕਿ ਅਸੀਂ ਜਿਹੜਾ ਹੈ ਹਰ ਕਿਸੇ ਨੂੰ ਚੌਰ ਸਾਹਿਬ ਦੀ ਸੇਵਾ ਕਰਨ ਲਈ ਦੇ ਦਿੰਦੇ ਆ, ਤੇ ਸਾਨੂੰ ਵੀ ਇਹੀ ਲੱਗਿਆ ਕਿ ਸ਼ਾਇਦ ਚੌਰ ਸਾਹਿਬ ਦੀ ਸੇਵਾ ਕਰਨ ਆਇਆ, ਪੈਰਾਂ ਵੱਲ ਧਿਆਨ ਨਹੀਂ ਗਿਆ। ਪਰ ਉਸ ਦੇ ਸਿਲਸਿਲੇ ਦੇ ਵਿੱਚ ਜਦੋਂ ਤੱਕ ਅਸੀਂ ਕੋਈ ਕਾਰਵਾਈ ਪਾਉਂਦੇ ਲੇਟ ਹੋ ਗਏ, ਦੇਰੀ ਹੋ ਗਈ ਆ। ਉਹਨਾਂ ਸਿੰਘਾਂ ਨੇ ਕੀ ਕਿਹਾ ਇੱਕ ਵਾਰੀ ਉਹ ਤੁਹਾਨੂੰ ਸੁਣਵਾਉਂਦੇ ਆ। ਦੋਨੇ ਜੀ ਹੋ ਗਏ ਸੀ ਜਿਨਕੇ ਮਾਰ ਦੇ ਸਰੂਪ ਨੂੰ ਬਚਾਉਂਦੇ ਫਿਰ ਉਹਨੇ ਮੈਨੂੰ ਛੱਡ ਕੇ ਦੂਜੇ ਸਿੰਘ ਸਾਹਿਬ ਨੂੰ ਉਹਨੇ ਮਾਰਨਾ ਸ਼ੁਰੂ ਕੀਤਾ। ਐਸਾ ਹਮਲਾ ਕੀਤਾ ਮੈਂ ਗੁਰੂ ਗ੍ਰੰਥ ਨੂੰ ਬਚਾਉਂਦਾ ਹੋਇਆ, ਉਹਨੇ ਮੇਰੀ ਅੱਖਾਂ ਪਰ ਇੰਨਾ ਮੁੱਕਾ ਫੇਰਿਆ ਵੀ ਅੱਖ ਫੁੱਟਣੇ ਤੇ ਬਚ ਰਹੀ, ਪਰ ਗੁਰੂ ਗ੍ਰੰਥ ਸਾਹਿਬ ਨੂੰ ਬਚਾ ਦਿੱਤਾ। ਇਸ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੋਰਾਂ ਦਾ ਵੀ ਬਿਆਨ ਆਇਆ, ਉਹ ਬਿਆਨ ਵੀ ਸੁਣਦੇ ਹੋਏ ਅੱਗੇ ਵਧਾਂਗੇ। ਇਸ ਕਿਸਮ ਦੀਆਂ ਪੰਜਾਬ ਦੇ ਵਿੱਚ ਵਰਤਦੀਆਂ ਘਟਨਾਵਾਂ ਇਹ ਪੰਜਾਬ ਨੂੰ ਮੁੜ ਤੋਂ ਜਿਹੜਾ ਹੈ ਉਹ ਹਨੇਰੇ ਵੱਲ ਝੁਕਣ ਵਾਲੀ ਇੱਕ ਘਟੀਆ ਕਿਸਮ ਦੀ ਕਾਰਵਾਈ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਾਰਵਾਈ ਹੈ।
ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਜਿਹੜਾ ਹੈ ਉਹ ਲਾਂਭੂ ਲਾਉਣ ਦੀ ਕਾਰਵਾਈ ਹੈ। ਇਹ ਜਿਹੜੇ ਬੇਅਦਬੀ ਕਰ ਰਹੇ ਇਹੋ ਜਿਹੇ ਲੋਕ ਹੈ, ਇਹਨਾਂ ਦੇ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ। ਔਰ ਇਸ ਤੋਂ ਬਾਅਦ ਸੰਗਤ ਨੇ ਥਾਣੇ ਦਾ ਘਿਰਾਓ ਕੀਤਾ ਹੋਇਆ, ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕਾਰਵਾਈ ਪੁਲਿਸ ਦੀ ਮਨਜ਼ੂਰ ਨਹੀਂ ਹੈ। ਉਹ ਤਸਵੀਰਾਂ ਇੱਕ ਵਾਰੀ ਤੁਹਾਡੀ ਜਿਹੜੀ ਮੌਕੇ ਦੀਆਂ ਇਸ ਵੇਲੇ ਤਸਵੀਰਾਂ ਉਹ ਸਾਂਝੀਆਂ ਕਰਾਂਗੇ ਔਰ ਉਸ ਤੋਂ ਬਾਅਦ ਜਿਹੜਾ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਰ ਉਹ ਕਿਹੜਾ ਸ਼ਖਸ ਸੀਗਾ ਜਿਹੜਾ ਉਹ ਸਾਹਮਣੇ ਆਇਆ, ਮੁਲਜ਼ਮ ਜਿਹੜਾ ਜਿਸ ਨੇ ਦੱਸਿਆ ਕਿ ਮਾਨਸਿਕ ਸਥਿਤੀ ਉਹਦੇ ਘਰ ਦੇ ਦੱਸਦੇ ਆ ਕਿ ਉਹ ਨਹੀਂ ਹੈ, ਜਿਹੜੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਹੈ ਉਹਨਾਂ ਦੇ ਨਾਲ ਹੀ ਜਿਹੜਾ ਹੈ ਉਹ ਉੱਥੇ ਰਹਿੰਦੇ ਆ। ਦੱਸੀ ਕਿਹੜਾ ਹਾਏ ਹਾਏ ਉਹ ਮੁੰਡਾ ਤੇ ਕਿਹਦਾ ਜਿਹੜੀ ਦੁਕਾਨ ਹੈ ਬਿਜਲੀ ਦੀ ਕਿਹਦਾ ਹੈ ਆਪਣਾ ਉਹ ਮੈਂ ਕੱਦਾ ਕਿ ਮੈਨੂੰ ਉਤਰੇ ਛੇੜ ਪਤਾ ਨਹੀਂ अरे गुजरात साहब जाके बड़े मारे पक्का लगे साथे मुक्के मारे सारे दे ਮਰੰਡੇ ਦਾ ਹੀ ਹੈ ਮਰੰਡੇ ਦਾ ਹੀ ਹੈ ਮਰੰਡੇ ਦਾ ਹੀ ਹੈ ਕਿਹਦੇ ਦਾ ਵੀ ਆ ਕੁੱਟਿਆ ਨੇ ਅੰਦਰ ਦੇਖਦਾ ਸਹੀ ਇਹ ਦਿਮਾਗ ਹੱਲ ਜੇ ਹੁਣ ਤਾਂ ਬਹੁਤ ਡਰਾਮੇ ਹੋਣੇ ਉਹ ਤਾਂ ਬਹੁਤ ਡਰਾਮੇ ਕਰਨੇ ਨੇ ਉਰੇ ਆ ਕੇ ਮੈਨੂੰ ਕਹਿੰਦਾ ਬਲਾ ਪ੍ਰਾਤਮਾ ਜਿਹੜੇ ਖੱਚਣ ਬਾਬਾ ਜੀ ਨੂੰ ਬੁਲਾਵੀ ਕਾਰ ਉਹਨਾਂ ਨੂੰ ਦੇਣਾ ਕਮੇਟੀ ਨੂੰ ਮਰੰਡੇ ਦਾ ਹੀ ਹੈ ਸਾਰੇ ਦੇ ਕੋਲ ਜਿੱਤਦਾ ਪਿੰਡ ਮਾਰਦਾ ਨਹੀਂ ਮੈਨੂੰ ਕਰਨਾ ਮੈਨੂੰ ਲਿਆ ਅੰਦਰੇ ਮਾਰਾ ਤੇ ਸੁਣ ਚੱਕ ਕੇ ਮਾਰੇ ਜੀ ਔਰ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਕਾਹਨ ਸਿੰਘ ਵਾਲਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੁੜੇ ਹੋਏ ਹੈ ਔਰ ਸਾਡੇ ਨਾਲ ਦਮਦਮਾ ਸਾਹਿਬ ਤੋਂ ਸਾਬਕਾ ਜਥੇਦਾਰ ਕੇਵਲ ਸਿੰਘ ਦਮਦਮਾ ਸਾਹਿਬ ਜੁੜੇ ਹੋਏ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਦਾ ਸਵਾਗਤ ਕਰਦੇ ਹਾਂ ਇਸ ਚਰਚਾ ਦੇ ਵਿੱਚ। ਸਭ ਤੋਂ ਪਹਿਲਾਂ ਕੇਵਲ ਸਿੰਘ ਜੀ ਮੈਂ ਪੁੱਛਣਾ ਚਾਹੁੰਦਾ ਕਿ ਆਖਰ ਇਹ ਬੇਅਦਬੀਆਂ ਦਾ ਸ਼ੁਰੂ ਹੋਇਆ ਸਿਲਸਿਲਾ ਕਦੋਂ ਜਾ ਕੇ ਰੁਕੇਗਾ, ਕਿੱਥੇ ਜਾ ਕੇ ਰੁਕੇਗਾ? ਤੁਹਾਡੇ ਵਾਲਾ ਸਵਾਲ ਜਿਹੜਾ ਹੈ ਇਸ ਕੌਮ ਦੇ ਬੱਚੇ ਦੇ ਉੱਤੇ ਜ਼ਬਾਨ ਦੇ ਉੱਤੇ ਹੈ ਜੀ ਕਿ ਬੇਅਦਬੀਆਂ ਕਿਉਂ ਹੁੰਦੀਆਂ ਨੇ, ਕੇਵਲ ਸਿੱਖਾਂ ਦੇ ਧਰਮ ਸਥਾਨਾਂ ਤੇ ਬੇਅਦਬੀ ਕਿਉਂ ਹੁੰਦੀ ਹੈ? ਜੀ ਜੀ ਇਹ ਬੇਅਦਬੀ ਦੂਜੇ ਧਰਮ ਸਥਾਨਾਂ ਤੇ ਕਿਉਂ ਨਹੀਂ ਹੁੰਦੀ? ਸਿੱਖ ਕੌਮ ਨੇ ਕੀ ਗਵਾਇਆ ਹੈ ਇਹਨਾਂ ਬੇਅਦਬੀ ਕਰਨ ਵਾਲਿਆਂ ਦਾ? ਜੀ ਜਿਵੇਂ ਤੁਸੀਂ ਪਹਿਲਾਂ ਵੀ ਚਰਚਾ ਕਰ ਰਹੇ ਸੀ ਕਿ ਨਕੋਦਰ ਕਾਂਡ ਤੋਂ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਹੈ ਉਹ ਲਗਾਤਾਰ ਵਿਚਕਾਰ ਥੋੜੇ ਜਿਹੇ ਸਮੇਂ ਤੋਂ ਬਾਅਦ ਅੱਗੇ ਵੱਧਦਾ ਤੁਰਿਆ ਜਾਂਦਾ ਹੈ। ਅੱਜ ਹੁਣ ਅਸੀਂ 15 ਤੋਂ ਲੈ ਕੇ ਲਗਾਤਾਰ ਕਿੰਨੇ ਸੰਤਾਪ ਭੋਗ ਬੈਠੇ ਹਾਂ, ਇਹਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਦੇਖੋ ਹੁਕੂਮਤਾਂ ਦੇ ਕੋਲ ਹਰ ਤਰ੍ਹਾਂ ਦੀਆਂ ਏਜੰਸੀਆਂ ਨੇ, ਜੇ ਹੁਕੂਮਤਾਂ ਪਤਾ ਲਾਉਣੀਆਂ ਚਾਹਣ ਤਾਂ ਇਹ ਜਿਹੜੇ ਬੰਦੇ ਫੜੇ ਜਾਂਦੇ ਨੇ ਇਹਨਾਂ ਕੋਲ ਸ਼ੋਕਰ ਤੇ ਜਾ ਕੇ ਇਹ ਬੰਦੇ ਇਕੱਲੇ ਨਹੀਂ ਹੈਗੇ। ਦਾਸ ਦਾ ਇਹ ਮੰਨਣਾ ਹੈ ਕਿ 14 ਤੋਂ ਬਾਅਦ ਜਿਹੜੀਆਂ ਬੇਅਦਬੀਆਂ ਸ਼ੁਰੂ ਹੋਈਆਂ ਨੇ ਇਹ ਕਿਤੇ ਨਾ ਕਿਤੇ ਇਹਦੇ ਮਗਲੇ ਪਾਸੇ ਵੱਡੇ ਦਿਮਾਗ ਜਿਹੜੇ ਨੇ, ਜਿਹੜੇ ਆਪ ਗੁੰਮਨਾਮ ਨੇ, ਉਹਨਾਂ ਦੇ ਦੁਆਰਾ ਸਭ ਕੁਝ ਕੀਤਾ ਕਰਵਾਇਆ ਜਾ ਰਿਹਾ। ਇਸ ਲਈ ਸਾਡੇ ਸਾਹਮਣੇ ਸਵਾਲ ਹੋ ਰਹੇ ਨੇ ਇਹ 14 ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਤੇ ਨਾ ਕਿਤੇ ਆਏ ਦਿਨ ਕੋਈ ਨਾ ਕੋਈ ਨਵਾਂ ਦੁਖਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਾਪਰਦਾ ਹੈ ਜਿਹੜਾ ਸਿੱਖ ਕੌਮ ਦੀਆਂ ਆਤਮਾਵਾਂ ਨੂੰ ਬਲੂੰਦਰ ਕੇ ਰੱਖ ਦਿੰਦਾ ਹੈ। ਜਿਵੇਂ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡਾ ਵਿਖੇ ਜੋ ਕੁਝ ਹੋਇਆ ਦਿਖਾਈ ਦੇ ਰਿਹਾ ਹੈ। ਹੁਣ ਜਿਵੇਂ ਤੁਸੀਂ ਦੱਸ ਰਹੇ ਕੋਈ ਮਾਪੇ ਕਹਿ ਰਹੇ ਨੇ ਦਿਮਾਗ ਖਰਾਬ ਹੈ ਜਾਂ ਉਹਦਾ ਜੇ ਹੈ ਉਹ ਹੈ, ਇਹ ਸਾਰਾ ਕੁਝ ਇਸ ਤਰ੍ਹਾਂ ਜਾਪਦਾ ਕਿ ਕਲਪਤ ਜਿਹੀਆਂ ਗੱਲਾਂ ਰਹਿ ਗਈਆਂ ਨੇ ਔਰ ਸ਼੍ਰੀ ਦਰਬਾਰ ਸਾਹਿਬ ਤੱਕ ਦੇ ਅੰਦਰ ਤੱਕ ਜਾ ਕੇ ਬੇਅਦਬੀ ਹੋ ਜਾਂਦੀ ਹੈ, ਤਖਤ ਸਾਹਿਬ ਤੇ ਜਾ ਕੇ ਬੇਅਦਬੀ ਹੋ ਜਾਂਦੀ ਹੈ, ਹੋਰ ਸਾਡੇ ਵੱਡੇ ਸਥਾਨਾਂ ਤੇ ਜਾ ਕੇ ਬੇਅਦਬੀ ਹੋ ਜਾਂਦੀ ਹੈ। ਇਸ ਲਈ ਅੱਜ ਵੱਡਾ ਸਵਾਲ ਇਹ ਹੈ ਕਿ ਕੌਮ ਇਹਨਾਂ ਬੇਅਦਬੀਆਂ ਦੇ ਜੋ ਹੁੰਦੀਆਂ ਨੇ ਅਜੇ ਤੱਕ ਮਗਰ ਖਲੋ ਕੇ ਸਹੀ ਗੱਲ ਕਿਉਂ ਨਹੀਂ ਸਾਹਮਣੇ ਕਢਵਾ ਸਕੀ? ਸਰਕਾਰਾਂ ਇਹ ਕਹਿ ਕੇ ਕਿ ਜੋ ਵੱਡੀ ਕਾਨੂੰਨ ਦੀ ਕਾਰਵਾਈ ਕੀਤੀ ਜਾਏਗੀ, ਕਾਨੂੰਨ ਦੀ ਕਾਰਵਾਈ ਕੀ ਹੁੰਦੀ ਹੈ, ਕੀ ਉਹਦਾ ਨਿਰੀਖਣ ਹੁੰਦਾ ਹੈ ਕਿ ਬੰਦੇ ਕੌਣ ਨੇ ਮਗਲੇ ਪਾਸੇ? ਅੱਜ ਸਾਡਾ ਸਵਾਲ ਬਹੁਤ ਵੱਡਾ ਹੈ। ਦਾਸ ਮੰਨ ਕੇ ਚੱਲੇ ਕਿ 14 ਵਿੱਚ ਤੋਂ ਬਾਅਦ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਇਹ ਸਾਨੂੰ ਜਿਹੜਾ ਭਾਰਤੀ ਸਿਸਟਮ ਹੈ ਕਿਤੇ ਉਹਦੀ ਕਾਰਜ ਨਹੀਂ ਹੈਗੇ ਕਿ ਪੰਜਾਬ ਅੰਦਰ ਸਿੱਖ ਕੌਮ ਨੂੰ ਉਲਝਾ ਕੇ ਰੱਖੋ
ਨਵੀਆਂ ਘਟਨਾਵਾਂ ਕਰਾਓ, ਕਦੀ ਕੋਈ ਕਾਂਡ ਕਰਾ ਦਿਓ, ਕਦੀ ਕੋਈ ਕਾਂਡ ਕਰਾ ਦਿਓ, ਕਦੀ ਕੋਈ ਕਾਂਡ ਕਰਾ ਦਿਓ। ਸਿੱਖ ਜੀ। ਆਪਸ ਵਿੱਚ ਉਲਝਦੇ ਰਹਿ ਜਾਣ, ਇਹਨਾਂ ਦਾ ਧਿਆਨ ਨਾ ਆਪਣੇ ਗੁਰੂ ਪੰਥ ਦੀ ਮਰਜ਼ਾਦਾ ਨੂੰ ਪ੍ਰਚਾਰਨੀ ਲੱਗੇ, ਨਾ ਗੁਰਬਾਣੀ ਨੂੰ ਇਹ ਪ੍ਰਚਾਰ ਸਕਣ, ਇੱਕ ਦੂਜੇ ਨਾਲ ਭਿੜਦੇ ਪੜਾਉਂਦੇ ਰਹਿ ਜਾਣ। ਇਸ ਲਈ ਬਹੁਤ ਵੱਡਾ ਸਵਾਲ ਹੈ। ਜੀ। ਅੱਜ ਵੀ ਕੌਮ ਨੂੰ ਜਾਗਣਾ ਚਾਹੀਦਾ, ਵੱਡੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਸਾਨੂੰ ਇਹਨਾਂ ਦੇ ਮਗਰਲੇ ਪਾਸੇ ਦੀ ਜੋ ਰਿਪੋਰਟ ਆਣੀ ਚਾਹੀਦੀ, ਜਾਣਕਾਰੀ ਆਣੀ ਚਾਹੀਦੀ ਹੈ ਕਿ ਕਿਹੜੀਆਂ ਤਾਕਤਾਂ ਦਾ ਪਿਛਲੇ ਪਾਸੇ ਹੱਥ ਹੈ। ਇਹ ਕਹਿ ਕੇ ਗੱਲ ਬੰਦ ਨਹੀਂ ਹੋਣੀ ਚਾਹੀਦੀ ਕਿ ਇਹਦਾ ਦਿਮਾਗ ਵਿੱਚ ਨੁਕਸ ਹੈ ਜੀ, ਇਹ ਤਾਂ ਇੱਥੇ ਆ ਗਿਆ ਜੀ। ਸਾਰੇ ਨੁਕਸ ਵਾਲੇ ਗੁਰਦੁਆਰੇ 'ਚ ਕਿਉਂ ਆਉਂਦੇ ਨੇ, ਦੂਜੇ ਥਾਵਾਂ ਤੇ ਕਿਉਂ ਨਹੀਂ ਜਾਂਦੇ? ਇਹ ਸਾਡਾ ਵੱਡਾ ਸਵਾਲ ਹੈ। ਇਹਦੇ ਉੱਤੇ ਸਾਨੂੰ ਲੱਭਣੇ ਪੈਣਗੇ। ਇਸ ਦਾਸ ਦੀ ਜਿੱਥੇ ਕੌਮ ਦੇ ਵੱਡੇ ਸੰਸਥਾਵਾਂ ਦੀ ਸ਼੍ਰੋਮਣੀ ਕਮੇਟੀ ਹੈ, ਉਹਨਾਂ ਨੂੰ ਬੜੀ ਵੱਡੇ ਥੰਮਲ ਨਾਲ ਅਸੀਂ ਅਪੀਲ ਕਰਦੇ ਹਾਂ ਕਿ ਆਪਣੇ ਅੱਖ ਕੰਨ ਖੋਲ ਕੇ ਰੱਖੋ, ਸਰਕਾਰਾਂ ਤੇ ਦਬਾਅ ਬਣਾਓ, ਇਹਨਾਂ ਦੇ ਮਗਲੇ ਪਾਸੇ ਦੀ ਸਾਜ਼ਿਸ਼ ਨੰਗੀ ਕਰਵਾਓ, ਵਰਨਾ ਅਸੀਂ ਆਪਸ ਵਿੱਚ ਉਲਝ ਕੇ ਰਹਿ ਜਾਵਾਂਗੇ ਤੇ ਇਹਨਾਂ ਗੱਲਾਂ ਤੇ ਸਾਡੀ ਕੌਮ ਦੀ ਸਾਰੀ ਤਾਕਤ ਲੱਗ ਜਾਏਗੀ। ਇਹ ਬਹੁਤ ਵੱਡੇ ਖਤਰੇ ਦੀ ਗੱਲ ਹੈ ਔਰ ਇਸ ਘਟਨਾ ਦੀ ਜਿੰਨੀ ਨਿੰਦਿਆ ਹੋ ਜਾਏ ਉਨੀ ਉਹ ਘੱਟ ਹੈ। ਸਾਰੇ ਬੱਚਾ ਸਿੱਖਾਂ ਦਾ ਪੀੜਤ ਹੈ, ਜਦੋਂ ਘਟਨਾ ਨਾਲ ਵੇਖ ਰਿਹਾ ਉਹਦੀ ਚੀਕਾਂ ਨਿਕਲ ਰਹੀਆਂ ਨੇ। ਕੀ ਹੋ ਰਿਹਾ, ਕਿਉਂ ਹੋ ਰਿਹਾ, ਕੌਣ ਕਰਵਾ ਰਿਹਾ? ਇਹ ਬੰਦੇ ਇਕੱਲੇ ਨਹੀਂ, ਮਗਲੇ ਪਾਸੇ ਤੋਂ ਕੋਈ ਦਿਮਾਗ ਕੰਮ ਕਰਦਾ ਹੈ, ਉੱਥੋਂ ਤੱਕ ਜਾਣਾ ਬੜਾ ਜ਼ਰੂਰੀ ਹੈ। ਬਿਲਕੁਲ। ਮੈਂ ਜਸਕਰਨ ਸਿੰਘ ਜੀ ਨੂੰ ਜੋੜਦਾ ਹੋਇਆ ਪੁੱਛਣਾ ਚਾਹੂੰਗਾ। ਜਸਕਰਨ ਸਿੰਘ ਜੀ, ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਪੰਥ ਵਿਰੋਧੀਆਂ ਨੇ, ਕਿਹੜੇ ਦੋਖੀ ਨੇ ਜਿਨ੍ਹਾਂ ਤੋਂ ਸਾਨੂੰ ਆਪਣਿਆਂ ਤੋਂ ਸਾਨੂੰ ਜਿਹੜਾ ਖਤਰਾ ਹੈ? ਔਰ ਦੂਸਰੀ ਗੱਲ, ਇਹ ਸਿਲਸਿਲਾ ਰੁਕ ਜਿਹੜਾ ਹੈ ਉਹ ਕਿਉਂ ਨਹੀਂ ਰਿਹਾ? ਧਾਰੀਵਾਲ ਸਾਹਿਬ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਅਸਲ ਦੇ ਵਿੱਚ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ, ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ, ਜਾਂ ਗੁਰੂ ਸਾਹਿਬ ਤੇ ਪਾਗਲ ਕਹਿ ਕੇ ਬਹਿ ਜਾਂਦਾ ਹੈ। ਕਦੇ ਬਿਜਲੀ ਦਾ ਸਰਕਟ ਸ਼ਾਰਟ ਦਾ ਬਹਾਨਾ ਲਾਇਆ ਜਾਂਦਾ ਹੈ, ਕਦੇ ਗੁਰੂ ਸਾਹਿਬ ਨੂੰ ਚੋਰੀ ਕਰ ਲਿਆ ਜਾਂਦਾ ਹੈ। ਇਹ ਜਿਹੜੀ ਇੱਕ ਪਾਲਿਸੀ ਦੇ ਤਹਿਤ, ਇੱਕ ਨੀਤੀ ਦੇ ਤਹਿਤ ਸਾਰਾ ਕੁਝ ਹੋ ਰਿਹਾ ਹੈ। ਕੋਈ ਵੀ ਬੰਦਾ ਪਾਗਲ ਨਹੀਂ ਹੈ। ਇਹ ਸਾਰੀ ਅਸਲ ਦੇ ਵਿੱਚ ਗੁਲਾਮੀ ਦੀ ਗੱਲ ਹੈ। ਜੇ ਅਸੀਂ ਗੁਲਾਮ ਹੈ ਤਾਂ ਹੀ ਸਾਡਾ ਦਰਬਾਰ ਸਾਹਿਬ ਢਾਇਆ, ਗਲਾਂ 'ਚ ਟਾਇਰ ਪਾਏ, ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰਤਾ, ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇਹ ਇੱਕ ਪਾਲਿਸੀ ਦੇ ਤਹਿਤ ਹੋ ਰਿਹਾ ਹੈ। ਇਹ ਸੋਚੀ ਸਾਚੀ ਸਾਜ਼ਿਸ਼ ਦੇ ਤਹਿਤ ਹੋ ਰਿਹਾ। ਇਹ ਵੱਧ ਕਿਉਂ ਰਿਹਾ? ਵੱਧ ਹੀ ਰਿਹਾ ਹੈ ਕਿਉਂਕਿ ਨਕੋਦਰ ਕਾਂਡ ਹੋਇਆ, 4 ਸਿੰਘ ਸ਼ਹੀਦ ਹੋ ਗਏ, ਇਨਸਾਫ ਨਹੀਂ ਮਿਲਿਆ। ਉਸ ਤੋਂ ਬਾਅਦ ਬਗਰਾੜੀ ਦੇ ਵਿੱਚ 1 ਜੂਨ 2015 ਨੂੰ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਇੱਕ ਪਾਲਿਸੀ ਦੇ ਤਹਿਤ ਚੱਕ ਲਿਆ ਗਿਆ ਜੀ। ਜਦੋਂ ਗੁਰੂ ਸਾਹਿਬ ਨੂੰ ਚੱਕ ਲਿਆ ਗਿਆ ਤੇ ਧਰਨੇ ਵੀ ਲਾਏ, ਮਜਾਰੇ ਵੀ ਕੀਤੇ, ਸੜਕਾਂ ਵੀ ਜਾਮ ਕੀਤੀਆਂ ਜੀ, ਤੇ ਉਹਦੇ ਵਿੱਚ ਅਸੀਂ ਵੀ ਅੰਦਰ ਰਹੇ, ਲੱਕੜਾਂ ਚੋਰੀ ਦੇ ਪਰਚੀ ਵੀ ਰਹੇ, 9-9 ਮਹੀਨੇ ਅਸੀਂ ਅੰਦਰ ਰਹੇ ਉਹਨਾਂ ਦੇ ਵਿੱਚ। ਧਾਰੀਵਾਲ ਤੁਸੀਂ ਸਾਹਿਬ ਸਿੱਧਾ ਗੱਲ ਸੱਚੋ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਵਨ ਸਰੂਪ ਇੱਕ ਬੁਰਜ ਜਵਾਹਰ ਸਿੰਘ ਵਾਲੇ ਤੋਂ ਇੱਕ ਮੋਟਰਸਾਈਕਲ ਤੇ ਉਹਨਾਂ ਨੇ ਚੱਕ ਕੇ ਲੈ ਆਂਦਾ ਜੀ। ਮੋਟਰਸਾਈਕਲ ਤੇ ਗੁਰੂ ਸਾਹਿਬ ਨੂੰ ਚੱਕ ਕੇ ਲਿਆ ਕੇ ਬਗਰਾੜੀ ਤੋਂ ਉਹਨਾਂ ਨੇ ਇਸ ਟਾਈਮ ਮਰੂਤੀ 'ਚ ਰੱਖ ਲਿਆ। ਮਰੂਤੀ ਚੋਂ ਫੇਰ ਗੁਰੂ ਸਾਹਿਬ ਨੂੰ ਰੱਖ ਕੇ ਜਸਵਿੰਦਰ ਸਿੰਘ ਸਿੱਖਾਂ ਵਾਲੇ ਦੇ ਘਰੇ ਲੈ ਗਏ। ਸਰਸੇ ਵਾਲੇ ਸਾਹਿਬ ਦਾ ਜਿਹੜਾ ਚੇਲਾ ਸੀ, ਉਹਨੇ ਟੋਆ ਪੱਟਿਆ ਤੇ ਲੈਟਰਨ ਦੇ ਕੋਲੇ ਉਹਦੇ ਉੱਤੇ ਬਹਿੰਦੇ ਰਹੇ। ਫੇਰ ਗੁਰੂ ਸਾਹਿਬ ਕੱਢਿਆ ਮਰੂਤੀ 'ਚ ਲੈ ਕੇ, ਉਹ ਡੱਗੋ ਰਮਾਣਾ ਦੇ ਘਰੇ ਚਲੇ ਗਏ, ਉਹਨੇ ਵੀ ਲੈਟਰਨ ਦੇ ਕੋਲ ਟੋਆ ਪੱਟਿਆ, ਉੱਤੇ ਬਹਿੰਦੇ ਰਹੇ, ਛਿੜਕਾ ਕਰ ਦਿੰਦੇ ਰਹੇ, ਬਹਿੰਦੇ ਰਹੇ। ਉਸ ਤੋਂ ਬਾਅਦ ਉਹਦੇ ਵਿੱਚੋਂ ਸਾਰਾ ਗੁਰੂ ਸਾਹਿਬ ਕੱਢਿਆ, ਅੰਗ ਪਾੜੇ ਬਗਰਾੜੀ 'ਚ ਖਿਲਾਰਤੇ। ਫਿਰ ਗੁਰੂ ਸਾਹਿਬ ਉੱਥੇ ਸਾਡਾ ਨੱਪਤਾ, ਉੱਤੇ ਬਹਿੰਦੇ ਰਹੇ। ਫਿਰ ਉਹਦੇ ਦਿਮਾਗ 'ਚ ਨੁਕਸ ਪੈ ਗਿਆ। ਫਿਰ ਜਿਹੜੇ ਸਾਰੀ ਸਾਜ਼ਿਸ਼ ਕਰਤਾ ਸੀ, ਮਹਿੰਦਰ ਬਿੱਟੂ ਸੀ, ਉਹਨਾਂ ਨੇ ਫਿਰ ਗੁਰੂ ਸਾਡਾ ਚੱਕ ਕੇ ਮਹਿੰਦਰ ਬਿੱਟੂ ਦੇ ਘਰੇ ਲੈ ਗਏ, ਉਹਨੂੰ ਜੋੜਿਆਂ 'ਚ ਰੱਖਿਆ, ਫਿਰ ਉਹਨੂੰ ਅੱਗ ਲਾ ਕੇ ਸਾੜਤਾ। ਜਦੋਂ ਪਤਾ ਲੱਗ ਗਿਆ ਕਿ ਸਰਸੇ ਵਾਲੇ ਸਾਧ ਨੇ ਸਾਰਾ ਕੁਝ ਕਰਾਇਆ, ਤੇ ਫਿਰ ਸਰਸੇ ਵਾਲੇ ਸਾਧ ਦੀ ਇੱਕ ਫਿਲਮ ਬਾਦਲ ਦੇ ਰਾਜ ਮੈਸੇਂਜਰ ਆਫ ਗੋਡ ਚੱਲੀ ਜਾਵੇ ਤੇ ਸਾਨੂੰ 11 ਗਨਮੈਨ ਹੋਣ, ਤੇ ਗਿਆਨੀ ਗੁਰਬਚਨ ਸਿੰਘ ਨੇ ਉਹਨੂੰ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆ ਮਾਫੀ ਦੇ ਦਿੱਤੀ ਜਾਵੇ। ਉਸ ਤੋਂ ਬਾਅਦ ਕੀ ਕੀਤਾ, 92 ਲੱਖ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ਼ਤਿਹਾਰ ਦੇ ਦੇਵੇ, ਇਹ ਮਾਫੀ ਜਾਇਜ਼ ਹੈ, ਤੇ ਸਰਸੇ ਵਾਲੇ ਸਾਧ ਨੂੰ ਪਰੋਲ ਦਿੱਤੀ ਜਾਵੇ, ਸਿੱਖਾਂ ਨੂੰ ਕੁੱਟਿਆ ਜਾਵੇ, ਤੇ ਕਿਤੇ ਸਿੱਖ ਦੀ ਦਿੱਲੀ ਦੇ ਵਿੱਚ ਸਰਬਜੀਤ ਦੀ ਪੱਗ ਲਾ ਦਿੱਤੀ ਜਾਵੇ, ਤੇ ਕਦੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਜਾਵੇ। ਤੇ ਇਹ ਸਰਕਾਰਾਂ ਨੂੰ ਜਦੋਂ ਪਤਾ ਲੱਗ ਗਿਆ, ਤੇ ਹੁਣ ਸਰਸੇ ਵਾਲੇ ਸਾਹਿਬ ਦਾ ਜਿਹੜਾ ਐਡਵੋਕੇਟ ਹੈ, ਜਿਹੜਾ ਵਿਨੋਦ ਘਈ,
ਉਹਨੂੰ ਐਡਵੋਕੇਟ ਜਨਰਲ ਲਾ ਦਿੱਤਾ ਜਾਵੇ, ਸਾਨੂੰ ਇਨਸਾਫ ਹੀ ਨਾ ਮਿਲੇ ਜਾਵੇ। ਸਰਸੇ ਵਾਲੇ ਨੂੰ ਪਰੋਲ ਤੇ ਲਿਆ ਕੇ ਉਹਦੇ ਜਿਹੜੇ ਬਦਸਲੂਕੀ ਵਾਲੇ ਉਹ ਭਾਸ਼ਣ ਲੋਕਾਂ ਨੂੰ ਸੁਣਾਇਆ ਜਾਵੇ, ਜਿਹੜੇ ਬਲਾਤਕਾਰੀ ਜਿਹੜੇ ਸ਼ਬਦ ਸੀਗੇ ਉਹਨਾਂ ਦਾ, ਤੇ ਫਿਰ ਸਿੱਖਾਂ ਨੂੰ ਪਤਾ ਤਾਂ ਲੱਗ ਜਾਣਾ ਵੀ ਇਸ ਤਾਕਤਾਂ ਕੌਣ ਖੜੀਆਂ, ਕੌਣ ਜ਼ਬਾਨ ਦਿੰਦੇ, ਉਹ ਜੱਜ ਕਿਹੜੇ ਹੈ, ਜੱਜ ਕਿਹਦੇ ਅੰਦਰ ਟਲਦੇ ਹੈ, ਜੱਜਾਂ ਨੂੰ ਚਲਾਉਂਦਾ ਕੌਣ ਆ, ਭਰਤੀ ਕੌਣ ਕਰਦਾ ਹੈ, ਉਸ ਤੋਂ ਬਾਅਦ ਇਹ ਸਰਕਾਰਾਂ ਨੂੰ ਕੌਣ ਚਲਾਉਂਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਤਾਂ ਸਰਬੱਤ ਦਾ ਭਲਾ ਮੰਗਦਾ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸ਼ਹਿ ਦਿੱਤੀ ਜਾਊਗੀ ਤੇ ਬੇਅਦਬੀਆਂ ਹੋਣਗੀਆਂ। ਇਸ ਕਰਕੇ ਇਹ ਸਾਰਾ ਇੱਕ ਪਾਲਿਸੀ ਦੇ ਤਹਿਤ ਹੋ ਰਿਹਾ। ਪਿੱਛੇ ਜੇ ਇੱਕ ਰਿਪੋਰਟ ਆਈ ਹੈ, ਰਿਪੋਰਟ ਕੀ ਆਈ ਹੈ, ਨਾਗਪੁਰ ਦੇ ਉਹਦੇ ਵਿੱਚ ਯੂਪੀ ਵਿੱਚ ਇਕੱਠ ਹੋਇਆ, ਉਹਦੇ ਵਿੱਚ RSS ਤੇ ਨਾਗਪੁਰ ਨੇ ਦੋ ਬਣਾਏ, ਇੱਕ ਸ਼ੈਡੋ ਆਰਮੀ, ਇੱਕ ਫਰਿੱਜ ਤੱਤ ਬਣਾਏ ਆ। ਜਿਹੜੇ ਫਰਿੱਜ ਤੱਤ ਹੈ ਉਹ ਪੰਜਾਬ 'ਚ ਕੰਮ ਕਰ ਰਹੇ ਆ, ਉਹ ਹੌਲੀ ਹੌਲੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹੈ, ਕਦੇ ਸਿੱਖਾਂ ਦੀ ਪੱਗ ਲਾ ਦਿਓ, ਕਦੇ ਮੁਸਲਮਾਨਾਂ ਨੂੰ ਤੰਗ ਕਰ ਦਿਓ, ਕਦੇ ਗੁਰੂ ਦੀ ਬੇਅਦਬੀ ਕਰ ਦਿਓ। ਇਹ ਸੁਰਖੀਆਂ ਤੇ ਰਹਿਣੇ ਚਾਹੀਦੇ ਆ ਕਿ ਇਹ ਜਦੋਂ ਸੁਰਖੀਆਂ ਤੇ ਰਹਿਣਗੇ ਫਿਰ ਭਾਵੇਂ ਤੁਸੀਂ ਮਾਫੀ ਮੰਗ ਜਾ ਜੇ। ਇਸ ਕਰਕੇ ਇਹੋ ਜਿਹੀਆਂ ਜਿਹੜੀਆਂ ਪਲੈਨਿੰਗਾਂ ਜਿਹੜੀਆਂ ਬਣੀਆਂ, ਤੁਸੀਂ ਫਿਰ ਪਿੱਛੇ ਚੱਲੋ। ਹਾਂ, 4 ਜੁਲਾਈ 1955 ਚ ਦਰਬਾਰ ਸਾਹਿਬ ਤੇ ਫੌਜ ਕਿਉਂ ਮਾਰੀ? ਜਥੇਦਾਰ ਅਕਾਲ ਤਖਤ ਦੇ ਅਛਰ ਸਿੰਘ ਹੁੰਦੇ ਸੀ, 250 ਬੰਦੇ ਨੂੰ ਕਿਉਂ? ਉਦੋਂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਹਾਲੇ ਹੈ ਨਹੀਂ ਸੀ, ਨਾ ਆਜ਼ਾਦੀ ਤੇ ਕੋਈ ਖਾਲਿਸਤਾਨ ਦੀ ਗੱਲ ਚੱਲਦੀ ਸੀ। ਇਸ ਕਰਕੇ ਪਾਲਿਸੀ ਦੇ ਤਹਿਤ ਹੀ ਸਿੱਖ ਕੌਮ ਨੂੰ ਖਤਮ ਕਰਨ ਦੀ ਇੱਕ ਪਾਲਿਸੀ ਆ। ਇਸ ਕਰਕੇ ਤੁਸੀਂ ਦੱਸੋ ਨਹੀਂ, ਇਸ ਤੋਂ ਬਾਅਦ ਹੋਣਾ ਕੀ ਚਾਹੀਦਾ ਹੈ? ਚਲੋ ਆਪਾਂ ਇਹ ਸਾਰੀਆਂ ਗੱਲਾਂ ਕਰ ਰਹੇ ਹਾਂ ਜਸਕਰਨ ਜੀ, ਹੋਣਾ ਕੀ ਚਾਹੀਦਾ ਹੈ ਅਸਲ ਦੇ ਵਿੱਚ? ਜਦੋਂ ਅਸੀਂ ਹਾਜ਼ਰ ਨਾਜ਼ਰ ਗੁਰੂ ਮੰਨਦੇ ਹਾਂ ਤੇ ਉਸ ਤੋਂ ਬਾਅਦ 295 ਦਾ ਪਰਚਾ ਐਨਫ ਹੁੰਦਾ ਇਸ ਮਾਮਲੇ ਦੇ ਵਿੱਚ? ਨਾ ਜੀ, ਇੱਕ ਬੰਦਾ ਤਾਂ ਮਰ ਜਾਂਦਾ ਹੈ। ਮੰਨ ਲਓ ਇੱਕ ਹਾਜ਼ਰ ਨਾਜ਼ਰ ਗੁਰੂ ਸੁਪਰੀਮ ਕੋਰਟ ਨੇ ਕਹਿਤਾ ਇੱਕ ਬੰਦੇ ਦੀ ਲੱਤ 'ਚ ਗੋਲੀ ਲੱਗ ਗਈ, ਕਹਿੰਦੇ 307 ਲਾ ਦਿਓ ਅੰਦਰ ਜਾਊਗਾ। ਇੱਕ ਬੰਦੇ ਨੂੰ ਮਾਰ ਦਿੰਦਾ, ਕਹਿੰਦਾ 302 ਲਾ ਦਿਓ, ਉਹਨੂੰ ਉਮਰ ਕੈਦ ਵੀ ਹੋ ਸਕਦੀ ਹੈ, ਫਾਂਸੀ ਵੀ ਹੋ ਸਕਦੀ ਹੈ। ਜੇ ਇੱਕ ਬੰਦੇ ਦੀ ਵੈਲਿਊ ਗੁਰੂ ਨਾਲੋਂ ਵੱਧ ਬਣਾਤੀ ਹੈ ਤੇ ਫਿਰ ਸਰਕਾਰ ਦੀ ਪਾਲਿਸੀ ਵੇਖੋ, ਇਸ ਨੂੰ ਬੰਦੇ ਨੂੰ ਬਿਲਕੁਲ ਜਿਹੜਾ ਇਹਦੇ 'ਚ ਸੰਵਿਧਾਨ ਦੇ ਵਿੱਚ, ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਤਰਮੀਮ ਹੋਣੀ ਚਾਹੀਦੀ ਹੈ। ਜਿਹੜਾ ਗੁਰੂ ਦੀ ਬੇਅਦਬੀ ਕਰੇ ਉਹਦੀ ਜ਼ਬਾਨਤ ਨਹੀਂ ਹੋਣੀ ਚਾਹੀਦੀ, ਬਿਲਕੁਲ ਉਹਨੂੰ ਸਿੱਧੀ ਉਮਰ ਕੈਦ ਹੋਣੀ ਚਾਹੀਦੀ ਹੈ। ਜਦੋਂ ਗੁਰੂ ਦਾ ਸਰਬੱਤ ਦਾ ਭਲਾ ਕਰਦਾ, ਇਸ ਬੰਦੇ ਨੂੰ ਤਾਂ ਫਾਂਸੀ ਤੇ ਲਟਕਾਉਣਾ ਚਾਹੀਦਾ। ਜੇ ਕਿਤੇ ਇਹੋ ਜਿਹੀਆਂ ਗੱਲਾਂ ਹੋ ਜਾਣ ਤੇ ਫਿਰ ਇਹੋ ਜੀ ਇਹਨੂੰ ਤੱਤ ਮਿਲ ਜੇ। ਹੁਣ 295 ਲਾਤੀ, ਝੱਟ ਕੇ ਭੰਬਲ ਭੂਸਾ ਪਾ ਦੂਗਾ ਤੇ ਇਹਦੀ ਨਾਲ ਦੀ ਨਾਲ 2 ਮਹੀਨੇ ਦੀ ਜ਼ਬਾਨ ਤੋਂ ਜੂ ਫੇਰ ਹਰਲਲ ਕਰਦਾ ਫਿਰੂਗਾ। ਉਸ ਤੋਂ ਬਾਅਦ ਜਿਨ੍ਹਾਂ ਨੇ, ਹੁਣ ਤੁਸੀਂ ਦੱਸੋ, ਜਿਹੜੇ ਬੰਦੇ ਸਧਾਰਨ ਸੀ ਉਹਨਾਂ ਤੇ NSA ਲਾਤੀ, ਹੁਣ ਸਰਸੇ ਵਾਲੇ ਸਾਹਿਬ ਤੇ NSA ਕਿਉਂ ਨਹੀਂ ਲਾਉਂਦੇ? ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਉਹਨਾਂ ਤੇ NSA ਕਿਉਂ ਨਹੀਂ ਲਾਉਂਦੇ? ਇਹ ਜਿਹੜਾ ਹੁਣ ਪਾਗਲ ਹੈ, ਪਾਗਲ ਕਹਿ ਕੇ ਪਾਗਲ ਹੈ। ਹੁਣ ਪਾਗਲ, ਜੇ ਬੰਦਾ ਪਾਗਲ ਸੀ ਮੰਨ ਲਓ, ਇਹ ਆਪਣੀ ਜ਼ਮੀਨ ਕਿੱਲਾ ਵੇਚ ਕੇ ਨੋਟ ਧਰਤੀ ਤੇ ਕਿਉਂ ਨਹੀਂ ਖਿਲਾਰਦਾ? ਪਾਗਲ ਹੋ ਕੇ ਨਹਿਰ ਛਾਲ ਕਿਉਂ ਨਹੀਂ ਮਾਰਦਾ? ਗੱਡੀ ਥੱਲੇ ਕਿਉਂ ਨਹੀਂ ਆਉਂਦਾ? ਪਾਗਲ ਹੋ ਕੇ ਮੰਦਿਰ 'ਚ ਜਾ ਕੇ ਬੇਅਦਬੀ ਕਿਉਂ ਨਹੀਂ ਕਰਦਾ ਜੋ ਨਹੀਂ ਕਰਨੀ ਚਾਹੀਦੀ? ਪਾਗਲ ਹੋ ਕੇ ਮੁਸਲਮਾਨ ਕੌਮ ਨੂੰ ਕਿਉਂ ਨਹੀਂ ਛੇੜਦਾ? ਤੇ ਪਾਗਲ ਹੋ ਕੇ ਸਾਈਆਂ ਦੇ ਜਿਹੜਾ ਗ੍ਰੰਥ ਆ ਬਾਈਬਲ ਪਵਿੱਤਰ, ਉਹਨੂੰ ਕਿਉਂ ਨਹੀਂ ਛੇੜਦਾ? ਇਸ ਕਰਕੇ ਛੇੜਨੀ ਵੀ ਨਹੀਂ ਚਾਹੀਦੀ। ਇਸ ਕਰਕੇ ਉਹਨਾਂ ਦੇ ਰਾਜ ਹੈਗੇ, ਮੁਸਲਮਾਨ ਕੌਮ ਦਾ ਆਪਣੇ ਮੁਲਕ ਹੈ। ਜਸਕਰਨ ਜੀ ਕੁਝ ਲੋਕਾਂ ਦੇ ਕਮੈਂਟਸ ਆ ਰਹੇ ਆ, ਮੈਂ ਉਹ ਕਮੈਂਟਸ ਇੱਕ ਵਾਰੀ ਲੈਣਾ, ਫਿਰ ਮੈਂ ਜਥੇਦਾਰ ਸਾਹਿਬ ਕੋਲੇ ਵੀ ਜਾਊਂਗਾ, ਉਹਨਾਂ ਤੋਂ ਵੀ ਪਾਊਂਗਾ। ਕੁਝ ਲੋਕ ਜਿਹੜੇ ਲਾਈਵ ਇਸ ਵੇਲੇ ਕਮੈਂਟ ਕਰਦੇ ਆ ਕਿ ਮੌਕੇ ਤੇ ਗੋਲੀ ਮਾਰ ਦੇਣੀ ਚਾਹੀਦੀ ਹੈ, ਹੱਥ ਵੱਢ ਦੇਣੇ ਚਾਹੀਦੇ ਆ, ਔਰ ਬੇਅਦਬੀ ਉਦੋਂ ਰੁਕੂਗੀ ਜਦੋਂ ਮੁਲਜ਼ਮ ਨੂੰ ਮੌਕੇ ਤੇ ਹੀ ਸੋਧਾ ਲਾਇਆ ਜਾਊਗਾ। ਇਹਨਾਂ ਕਮੈਂਟਸ ਬਾਰੇ ਕੀ ਕਹੋਗੇ? ਇਹ ਕਹਿੰਦੇ ਆ ਜੀ, ਤੁਸੀਂ ਦੇਖੋ ਸਿੱਖ ਕੌਮ ਕਿਸੇ ਦਾ ਮਾੜਾ ਨਹੀਂ ਕਰਦੀ, ਸਿੱਖ ਕੌਮ ਸਾਰਿਆਂ ਦੀ ਇੱਜ਼ਤ ਕਰਦੀ, ਸਿੱਖ ਕੌਮ ਪਈ ਆ ਅੱਕੀ। ਹੁਣ ਦੱਸੋ, ਜਿੱਥੋਂ ਵੇਖੋ ਕਦੇ ਸਾਡੀ ਪੱਗ ਲਾ ਦਿੰਦੇ ਆ, ਕਦੇ ਗੁਰੂ ਦੀ ਬੇਅਦਬੀ ਕਰ ਦਿੰਦੇ, ਕਦੇ ਪਾਗਲ। ਹੁਣ ਸਿੱਖ ਕਰਨ ਕੀ? ਅਸੀਂ ਧਰਨੇ ਵੀ ਲਾ ਲਏ, ਅਸੀਂ ਮੁਜ਼ਾਹਰੇ ਵੀ ਕਰਤੇ, ਅਸੀਂ ਸੜਕਾਂ ਵੀ ਜਾਮ ਕਰਤੀਆਂ। ਇਸ ਕਰਕੇ ਜਦੋਂ ਸਾਰਾ ਕੁਝ ਅਸੀਂ ਕਰਕੇ ਤਾਂ ਵੇਖ ਲਿਆ, ਕਾਨੂੰਨ ਦੇ ਮੁਤਾਬਕ ਵੀ ਚੱਲ ਕੇ ਵੇਖ ਲਿਆ, ਹੁਣ ਸਾਡੇ ਕੋਲੇ ਰਿਹਾ ਕੀ ਆ? ਤੁਸੀਂ ਮੈਨੂੰ ਇਹ ਦੱਸੋ, ਸਰਬੱਤ ਖਾਲਸਾ ਆਇਆ ਸੀ, ਉਹਦੇ 11 ਨੰਬਰ ਮਤਾ ਮੈਂ ਹੀ ਪੜਿਆ, ਉਹਦੇ ਵਿੱਚ ਪੂਰੀ ਕੌਮ ਨੇ 7 ਲੱਖ ਲੋਕਾਂ ਨੇ ਜਦੋਂ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਸੀਗਾ, ਉੱਥੇ 7 ਲੱਖਾਂ ਨੇ ਚੁਣਿਆ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲਿਆਂ ਨੂੰ ਸਰਕਾਰ ਇਨਸਾਫ ਨਹੀਂ ਦਿੰਦੀ, ਸਿੱਖ ਕੌਮ ਆਪਣੀਆਂ ਰਵਾਇਤਾਂ ਦੇ ਮੁਤਾਬਕ ਉਹਨੂੰ ਸਜ਼ਾ ਦੇਵੇਗੀ। ਫਿਰ ਸਾਡਾ ਹੱਕ ਬਣਦਾ। ਅਸੀਂ ਇਹ ਤਾਂ ਨਹੀਂ ਵੀ ਰੋਜ਼ ਗੁਰੂ ਦੀ ਬੇਅਦਬੀ ਕਰਾਈ ਜਾਵਾਂਗੇ ਤੇ ਅਸੀਂ ਧਰਨੇ ਲਾਈ ਜਾਵਾਂਗੇ। ਫਿਰ ਅਸੀਂ ਕੀ ਕਰਦੇ? ਹੁਣ ਥਾਣਾ ਘੇਰ ਲਿਆ, ਹੁਣ ਸਾਡੇ ਕੋਲੇ 4 ਥਾਣਾ ਘੇਰ ਲਿਆ, 295 ਦਾ ਪਰਚਾ ਕਰਤਾ, ਠੰਡਾ ਕਰ ਲਿਆ, ਸਿੱਖ ਫਿਰ ਘਰੇ ਚਲੇ ਗਏ, ਫਿਰ ਕਹਿੰਦੇ ਅਸੀਂ ਜਿੱਤ ਗਏ ਜੀ। ਸਾਡੇ ਬੰਦੀ ਸਿੰਘ ਜੇਲ੍ਹਾਂ ਚ ਭਰਤੇ ਪਏ। ਡੈਮੋਕ੍ਰੈਟਿਕ ਕੰਟਰੀ ਹੈ, ਤੁਹਾਡੇ ਕੋਲ 5 ਸਾਲ ਬਾਅਦ ਮੌਕੇ ਆਉਂਦੇ ਆ, ਲੋਕ ਸਭਾ ਚੋਣਾਂ 'ਚ, ਵਿਧਾਨ ਸਭਾ ਚੋਣਾਂ ਦੇ ਵਿੱਚ, ਫਿਰ ਉਦੋਂ ਸਿੱਖ ਕੌਮ ਕਿੱਥੇ ਜਾਂਦੀ ਆ? ਉਦੋਂ ਫਿਰ ਲੋਕਾਂ ਦੀਆਂ ਭਾਵਨਾਵਾਂ ਕਿੱਥੇ ਜਾਂਦੀਆਂ ਨੇ? ਉਦੋਂ ਹਿਰਦੇ ਬੁਲੰਦਰੇ ਹੋਏ ਹਿਰਦੇ ਕਿੱਥੇ ਜਾਂਦੇ ਆ? ਉਦੋਂ ਸਿੱਖ ਕੌਮ ਤਾਂ ਹੁਣ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ। ਸਿੱਖ ਕੌਮ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ, 5 ਸਾਲ ਉਹ ਆਉਂਦਾ, 5 ਸਾਲ ਉਹ ਕੁੱਟਦਾ,
ਫਿਰ ਉਹ ਕੁੱਟਦਾ ਹੈ। ਮੈਂ ਤਾਂ ਕਹਿੰਦਾ ਸਿੱਖ ਕੌਮ ਨੂੰ ਵੀ ਸੋਚਣਾ ਚਾਹੀਦਾ ਹੈ। ਕਾਂਗਰਸ ਪਾਰਟੀ ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਢਾਇਆ, ਗਲਾਂ 'ਚ ਟਾਇਰ ਪਾਏ, ਉਹਨਾਂ ਨੂੰ 5 ਵਾਰੀ ਮੁੱਖ ਮੰਤਰੀ ਕਰਾਤਾ। ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ, ਸਰਸੇ ਵਾਲੇ ਸਾਧ ਨੂੰ ਪਨਾਹ ਦਿੱਤੀ ਹੈ ਤੇ ਉਹਨੂੰ ਬਚਾਇਆ, 13 ਸਿੰਘ ਸ਼ਹੀਦ ਕਰਾਏ ਆ। ਦੁਸ਼ਮਣ ਕੋਈ ਬਾਹਰੋਂ ਥੋੜੀ ਹੈ, ਦੁਸ਼ਮਣ ਤਾਂ ਤੁਹਾਡੇ ਆਪਣੇ ਆ, ਦੁਸ਼ਮਣ ਤਾਂ ਅੰਦਰੋਂ ਨੇ। ਹਾਂ, ਅੰਦਰੋਂ ਤਾਂ ਹੋਣਗੇ, ਪਰ ਫਿਰ ਵੀ ਕੌਮ ਤਾਂ ਆਪਦੀ ਲੜਾਈ ਲੜੀ ਜਾਂਦੀ ਹੈ ਨਾ, ਲੜਨੀ ਚਾਹੀਦੀ ਹੈ। ਸਵਿਰਦ ਸਿੱਖ ਵੀ ਹੈਗੇ ਆ, ਕਦੇ ਸੱਚ ਤੇ ਇਨਸਾਫ ਦਾ ਅੰਤ ਨਹੀਂ ਹੁੰਦਾ। ਬੁਰੇ ਆਦਮੀ ਨੇ ਬੁਰਾ ਕੰਮ ਕਰਨਾ ਹੁੰਦਾ, ਚੰਗੇ ਬੰਦੇ ਨੇ ਚੰਗਾ ਕੰਮ ਕਰਨਾ ਹੁੰਦਾ। ਫਿਰ ਅਖੀਰ ਦਿਨ ਤਾਂ ਕੌਮ ਇੱਕ ਦਿਨ ਗੁਲਾਮ ਹੀ ਹੁੰਦੀ ਹੈ। ਮੈਂ ਤੁਹਾਨੂੰ ਸਿੱਧੀ ਗੱਲ ਸਕਦਾ, ਜਿੰਨੇ ਮਰਜ਼ੀ ਲਾ ਲਓ ਧਰਨੇ ਮੁਜ਼ਾਹਰੇ, ਬਿਲਕੁਲ ਕੁਛ ਨਹੀਂ ਮਿਲਣਾ ਜਿੰਨਾ ਚਿਰ ਸਿੱਖ ਕੌਮ ਦਾ ਆਪਣਾ ਘਰ ਆਜ਼ਾਦ ਸਿੱਖ ਰਾਜ ਖਾਲਿਸਤਾਨ ਨਹੀਂ ਬਣਦਾ। ਬਿਲਕੁਲ ਨਾ ਅੱਜ ਮਿਲੇ ਨਾ ਕੱਲ ਮਿਲੇ। ਇਸ ਕਰਕੇ ਜਦੋਂ ਬੰਦਿਆਂ ਦੇ ਮੁਲਕ ਹੁੰਦੇ ਆ ਨਾ, ਫਿਰ ਦੂਜੇ ਮੁਲਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਮੁਲਕ ਵਾਲੇ ਬੰਦਿਆਂ ਨੂੰ ਕਿਵੇਂ ਛੇੜਾਂਗੇ। ਜਥੇਦਾਰ ਕੇਵਲ ਸਿੰਘ ਜੀ, ਆਖਰ ਜਿਹੜੀਆਂ ਗੱਲਾਂ ਦਾ ਹੱਲ ਇੱਥੇ ਜਸਕਰਨ ਸਿੰਘ ਜੀ ਦੇ ਰਹੇ ਆ, ਤੁਸੀਂ ਮੰਨਦੇ ਹੋ ਕਿ ਇਹ ਹੀ ਹੱਲ ਹੈ? ਜਥੇਦਾਰ ਸਾਹਿਬ ਦੀ ਆਵਾਜ਼ ਜੀ ਆ ਰਹੀ ਹੈ। ਵਾਹਿਗੁਰੂ ਜੀ, ਬਹੁਤ ਵੱਡੀ ਇੱਕ ਵਿਚਾਰ ਹੈ। ਤਾਂ ਬੁਰਾ ਨਾ ਮਾਰੋ, ਬੁਰੇ ਦੀ ਮਾਂ ਮਾਰੋ, ਤਾਂ ਕਿ ਬੁਰਾ ਹੋਰ ਨਾ ਪੈਦਾ ਹੋਵੇ ਜੀ। ਕੱਲਾ ਕੱਲਾ ਬੁਰਾ ਮਾਰਿਆ ਬੁਰਾਈ ਨਹੀਂ ਮੁੱਕਣੀ ਜੀ। ਇਹਦੇ ਮਗਲੇ ਪਾਸੇ ਸਟੇਟ ਖਲੋਤੀ ਹੋਈ ਹੈ। ਸਾਨੂੰ ਲੜਨ ਦੇ ਲਈ ਸਟੇਟ ਨਾਲ ਲੜਨਾ ਚਾਹੀਦਾ ਹੈ। ਇਹ ਕੱਲੇ ਕੱਲੇ ਬੰਦੇ ਛੱਡੇ ਜਾ ਰਹੇ ਨੇ। ਇਸ ਕਰਕੇ ਇਕੱਲਾ ਕੱਲਾ ਬੰਦਾ ਮਾਰਨ ਨਾਲ ਬੁਰਾਈ ਨਹੀਂ ਰੁਕਣੀ। ਸਾਨੂੰ ਜਿੱਥੋਂ ਇਹ ਪੈਦਾ ਹੋ ਰਹੀ ਹੈ, ਜੋ ਮਿੱਥ ਕੇ ਕੰਮ ਕਰਵਾ ਰਹੇ ਨੇ, ਉਹਦੇ ਵੀਰਾਂ ਦੀ ਮੈਂ ਚਰਚਾ ਵੀ ਸੁਣ ਰਿਹਾ ਕਿ ਕੇਵਲ ਗੁਰਦੁਆਰਿਆਂ ਨਾਲ ਕਿਉਂ ਹੋ ਰਿਹਾ, ਗੁਰੂ ਗ੍ਰੰਥ ਸਾਹਿਬ ਨਾਲ ਕਿਉਂ ਹੋ ਰਿਹਾ। ਇੱਕ ਏਡਾ ਵੱਡਾ ਇਸ਼ੂ ਹੈ। ਸ਼ਾਇਦ ਇਹਦੀ ਇਨਕੁਆਇਰੀ ਲਈ ਸਾਨੂੰ ਇੰਟਰਨੈਸ਼ਨਲ ਪੱਧਰ ਉੱਤੇ ਜਾ ਕੇ ਕੋਈ ਆਵਾਜ਼ ਉਠਾਉਣੀ ਪਵੇ। ਇਹਦੇ ਸਾਨੂੰ ਅੱਜ ਅਸੀਂ 172 ਦੇਸ਼ਾਂ ਵਿੱਚ ਵਸਣ ਵਾਲੀ ਕੌਮ ਹੈ ਅਸੀਂ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਸਾਰ ਭਰ ਦੇ ਅੰਦਰ ਸੰਸਾਰ ਨੂੰ ਗਿਆਨ ਦੇ ਰਹੇ ਨੇ, ਤੇ ਇਹਨਾਂ ਲੋਕਾਂ ਦੇ ਕੋਲ ਗਿਆਨ ਹਜਮ ਨਹੀਂ ਹੋ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਇਹਨਾਂ ਕੋਲ ਬਦਲ ਨਹੀਂ ਹੈਗਾ। ਉਹ ਸੱਚ ਜਿਹੜਾ ਹੈ ਉਹ ਮਨੁੱਖ ਦੇ ਅੰਦਰ ਜੁਰਤ ਪੈਦਾ ਕਰਦਾ ਹੈ, ਹੌਸਲਾ ਪੈਦਾ ਕਰਦਾ ਹੈ, ਲੜਾਈ ਦੇ ਵਾਸਤੇ ਮਨੁੱਖ ਨੂੰ ਸੰਘਰਸ਼ ਲਈ ਤਿਆਰ ਕਰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਰਿਹਾ। ਇਹ ਦਰਅਸਲ ਉਸ ਵਿਚਾਰਧਾਰਾ ਨੂੰ ਰੋਕਣ ਦੇ ਲਈ, ਸਦਾ ਉਹਦੀ ਆਵਾਜ਼ ਬੰਦ ਕਰਨ ਦੇ ਲਈ ਪੁੱਠੇ ਲੜਕੇ ਹੋਏ ਨੇ। ਸਾਨੂੰ ਸਮਝਣ ਦੀ ਲੋੜ ਹੈ ਕਿ ਇਕੱਲਾ ਕੱਲਾ ਬੰਦਾ ਮਾਰਿਆ ਬੁਰਾਈ ਨਹੀਂ ਜੀ ਰੁਕਣੀ। ਇਹ ਸਾਨੂੰ ਬੰਦੇ, ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਰਾਜ ਰਿਹਾ, ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਦਿੱਤੀ। ਉਹ ਸਾਡਾ ਰਾਜ ਹੈ, ਇਹ ਸਾਡਾ ਇਤਿਹਾਸ ਹੈ ਕਿ ਅਸੀਂ ਬਦਲੇ ਵਿੱਚ ਮੌਤ ਨਹੀਂ ਦਿੰਦੇ। ਅਸੀਂ ਦੁਸ਼ਮਣ ਨਾਲ ਲੜਦੇ ਹਾਂ, ਜਿਹੜਾ ਦੁਸ਼ਮਣ ਸੇ ਸਾਰਾ ਕੁਝ ਸਾਜ਼ਿਸ਼ਾਂ ਰਚਦਾ ਹੈ ਔਰ ਕੌਮ ਨੂੰ ਤਬਾਹ ਕਰਦਾ ਹੈ ਜਾਂ ਸਿਧਾਂਤ ਤੇ ਹਮਲਾ ਕਰਦਾ ਹੈ। ਆਪਣੇ ਦੁਸ਼ਮਣ ਦੀ ਪਹਿਚਾਣ ਕਰਨੀ ਚਾਹੀਦੀ ਹੈ। ਦੁਸ਼ਮਣ ਇੱਕ ਮਗਲੇ ਪਾਸੇ ਖਲੋਤੀ ਉਹ ਵਿਚਾਰਧਾਰਾ ਹੈ ਜਿਹੜੀ ਸਿੱਖੀ ਨੂੰ ਨਿਗਲ ਜਾਣਾ ਚਾਹੁੰਦੀ ਹੈ, ਤੇ ਸਾਨੂੰ ਉਹਦੀ ਪਹਿਚਾਣ ਕਰਕੇ ਲੜਾਈ ਉੱਥੇ ਦੇਣ ਦੇ ਲਈ ਅੱਜ ਕੌਮ ਦੇ ਅੰਦਰ ਸਿਰ ਜੋੜਨੇ ਪੈਣਗੇ, ਬਹਿ ਕੇ ਨਿੱਠ ਕੇ ਚਰਚਾ ਕਰਨੀ ਪਏਗੀ। ਅਸੀਂ ਜਿੱਦਾਂ ਦੇ ਹੱਲ ਲੱਭਦੇ ਹਾਂ, ਇਹ ਹੱਲ ਸਦੀਵੀ ਹੱਲ ਨਹੀਂ ਆ। ਇਹ ਵਕਤੀ ਰਾਹਤ ਮਿਲ ਸਕਦੀ ਹੈ ਕਿ ਸ਼ਾਇਦ ਬੰਦਾ ਮਾਰ ਦਿੱਤਾ ਤੇ ਕੰਮ ਮੁੱਕ ਗਿਆ। ਪਹਿਲਾਂ ਤੇ ਬੰਦਾ ਇਹ ਤਾਂ ਹੋ ਗਿਆ ਨਾ ਜੀ, ਨਤੀਜਾ ਕੀ ਨਿਕਲਿਆ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੇ। ਇਸ ਲਈ ਗੁਰਮਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਰੱਖਣਾ ਚਾਹੀਦਾ ਹੈ ਕਿ ਗੁਰਮਤ ਦਾ ਦ੍ਰਿਸ਼ਟੀਕੋਣ ਬੁਰਾਈ ਨੂੰ ਖਤਮ ਕਰਨ ਵਿੱਚ ਹੈ। ਉਹ ਇਕੱਲੇ ਇੱਕ ਬੁਰੇ ਦੇ ਨਾਲ ਜੂਝਣ ਵਾਸਤੇ ਨਹੀਂ ਹੈ। ਇਸ ਲਈ ਅਸੀਂ ਬੁਰਿਆਂ ਨੂੰ ਕਦੇ ਵੀ ਗੱਲ ਨਾਲ ਨਹੀਂ ਲਾਉਂਦੇ। ਬੁਰਿਆਂ ਤੋਂ ਸਾਡੀ ਦੂਰੀ ਹੈ ਤੇ ਆਪਾਂ ਉਹਦੇ ਨਾਲ ਗੁਰਮਤ ਦੇ ਸਿਧਾਂਤ ਦੀ ਜਿਹੜੀ ਪੈਰਵਾਈ ਹੈ ਉਹ ਕਰਦੇ ਹਾਂ। ਫਿਰ ਮੇਰੀ ਕੌਮ ਅੱਗੇ ਗੁਜ਼ਾਰਿਸ਼ ਹੈ ਕਿ ਕੌਮ ਦੇ ਵਾਰਸੋ, ਅੱਜ ਆਪਾਂ ਸੌ ਜਾਂਦੇ ਹਾਂ, ਕਾਂਡ ਹੋ ਜਾਂਦੇ ਨੇ। ਅੱਜ ਸਾਡੀ ਬੇਅਦਬੀ ਹੋਈ ਹੈ ਬਰਗਾੜੀ ਵਿੱਚ, ਅੱਜ ਦਾ ਕੇਸ ਚੱਲ ਰਿਹਾ। ਉਸ ਕੇਸ ਦੀ ਪੈਰਵਾਈ ਕੌਣ ਕੌਮੀ ਤੌਰ ਤੇ ਕੌਣ ਕਰ ਰਿਹਾ? ਕੋਈ ਵੀ ਨਹੀਂ ਕਰ ਰਿਹਾ। ਉਹ ਜਿਹੜੇ ਸਾਡੇ ਵਰਗੇ ਚਾਰ ਗਵਾਹ ਹੋਣਗੇ, ਅਸੀਂ ਡਰਦੇ ਕੁਝ ਕੀ ਬਿਆਨ ਦੇਵਾਂਗੇ ਕੀ ਨਹੀਂ ਦੇਵਾਂਗੇ, ਆਉਣ ਵਾਲਾ ਕੱਲ ਦੱਸੇਗਾ। ਪਰ ਅੱਜ ਵਾਤਾਵਰਨ ਹੈ, ਕੌਮ ਦਾ ਕੋਈ ਇਹੋ ਜਿਹਾ ਸਿਸਟਮ ਨਹੀਂ ਹੈ ਜਿੱਥੇ ਬਹਿ ਕੇ ਇਹਨਾਂ ਚੀਜ਼ਾਂ ਦੀ ਚਰਚਾ ਕਰਨ ਤੋਂ ਬਾਅਦ ਨਤੀਜਾ ਕੱਢ ਕੇ ਅਸੀਂ ਸਿੱਧਤ ਲੜਾਈ ਲੜੀਏ, ਜਿੱਥੋਂ ਸਾਨੂੰ ਇਹ ਖਤਰਿਆਂ ਨੂੰ ਜਥੇਦਾਰ ਸਾਹਿਬ, ਸਾਡੀ ਕਮੇਟੀ ਦਾ ਕਿੱਡਾ ਕੁ ਵੱਡਾ ਫੇਲੂਰ ਹੈ ਇਹਦੇ ਵਿੱਚ, ਉਹਨਾਂ ਦਾ ਕਿੱਡਾ ਕੁ ਵੱਡਾ ਨਕਾਰਾਤਮਕ ਰਵੱਈਆ ਹੈ। ਜਿਹੜੀ ਮਤਲਬ ਲੜਾਈ ਅਸੀਂ ਲੜਨ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਦੀ ਇਸ ਲੜਾਈ ਦੇ ਵਿੱਚ ਸ਼ਮੂਲੀਅਤ ਨਹੀਂ ਹੋਣੀ ਚਾਹੀਦੀ, ਕਿ ਅਸੀਂ ਢਿੱਲੇ ਪੈ ਜੰਨੇ ਆ, ਅਸੀਂ ਸਰਕਾਰੀ ਦਰਬਾਰੇ ਅਸੀਂ ਢਿੱਲੇ ਪੈ ਜੰਨੇ ਆ। ਦੇਖੋ, ਕਮੇਟੀ ਦੀ ਪਿਛਲੀ ਭੂਮਿਕਾ ਜਿਹੜੀ ਬਿਲਕੁਲ ਨਕਾਰਾਤਮਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਨਾਲ ਖੜੀ ਰਹਿੰਦੀ ਹੈ। ਉਹ ਸਰਕਾਰ ਨਾਲ ਖੜੀ ਹੋ ਕੇ ਸਿੱਖਾਂ ਤੇ ਡਾਂਗਾਂ ਚੱਲਦੀਆਂ ਨੇ, ਸਿੱਖ ਬੱਚੇ ਮਾਰੇ ਜਾਂਦੇ ਨੇ। ਉਹਨਾਂ ਦਾ ਅੱਗੇ ਆ ਕੇ ਕੋਈ ਉਫ ਨਹੀਂ ਕਰਦਾ, ਕੋਈ ਆਹ ਦਾ ਨਾਰਾ ਨਹੀਂ ਮਾਰਦਾ, ਨਾ ਕੋਈ ਦਰਬਾਰ ਸਾਹਿਬ ਦਾ ਗ੍ਰੰਥੀ, ਨਾ ਤਖਤ ਤੇ ਬੈਠਾ ਕੋਈ ਸੇਵਾਦਾਰ, ਕਿਸੇ ਪਾਸਿਓਂ ਕੋਈ ਆ ਕੇ ਉਹ ਜੂਝਣ ਵਾਲਿਆਂ ਨਾਲ ਖੜਾ ਨਹੀਂ ਹੁੰਦਾ। ਅੱਜ ਕਿਉਂਕਿ ਸੱਤਾ ਤੋਂ ਬਾਹਰ ਹੋ ਗਏ ਨੇ, ਅੱਜ ਇਹ ਉਸ ਲੜਾਈ ਨੂੰ ਆਪਣੀ ਪੰਥ ਦੀ ਲੜਾਈ ਸਮਝ ਕੇ ਲੜਨ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਇਹ ਗਲਤ ਹੈ।
ਕੌਮ ਜਾਣਦੀ ਹੈ ਕਿ ਸਭ ਡਰਾਮੇਬਾਜ਼ੀਆਂ ਹੋ ਰਹੀਆਂ ਨੇ, ਜਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲਦੀ ਪਈ ਹੈ, ਸਹਿਮ ਕਰਵਾਏ ਜਾ ਰਹੇ ਨੇ, ਜਾਂ ਜਿਹੜੀ ਬਿਆਨਬਾਜ਼ੀ ਵੀ ਹੋ ਰਹੀ ਹੈ ਨਾ, ਇਹ ਕੇਵਲ ਸਾਡੇ ਅਥਰੂ ਪੁੰਜਣ ਦੇ ਲਈ ਜਾਂ ਮਜਬੂਰੀ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਹੈ। ਅੱਜ ਪੰਥ ਨੂੰ ਬਹਿਣਾ ਪਏਗਾ, ਪੰਥ ਦੇ ਦਰਦੀਆਂ ਨੂੰ ਬਹਿਣਾ ਪਏਗਾ, ਸਿੱਖ ਬੁੱਧੀਜੀਵੀਆਂ ਨੂੰ ਅੱਗੇ ਆਉਣਾ ਪਏਗਾ। ਬਿਨਾਂ ਅੱਗੇ ਆਏ ਤੋਂ, ਬਿਨਾਂ ਨਿੱਠ ਕੇ ਵਿਚਾਰ ਕੀਤੇ ਤੋਂ, ਰਾਹ ਲੱਭੇ ਤੋਂ ਬਗੈਰ ਕੋਈ ਚਾਰਾ ਨਹੀਂ ਹੈਗਾ ਜੀ। ਅੱਜ ਜਦੋਂ ਤੱਕ ਸਾਨੂੰ ਆਪਣੇ ਪ੍ਰਬੰਧਕ ਜਿਹੜੇ ਸਾਡੇ ਵਰਤਮਾਨ ਨੇ, ਉਹਨਾਂ ਨੂੰ ਵੀ ਆਪਣੀ ਅੱਖਾਂ ਖੋਲ ਲੈਣੀਆਂ ਜੇ ਸਤਾ ਲਈ ਕੰਮ ਨਾ ਕਰੋ, ਧੜੇ ਲਈ ਕੰਮ ਨਾ ਕਰੋ, ਗੁਰੂ ਖਾਲਸਾ ਪੰਥ ਲਈ ਕੰਮ ਕਰੋ। ਪੰਥ ਕੀ ਰਹੇਗੀ ਤੋ ਗ੍ਰੰਥ ਕੀ ਰਹੇਗੀ ਨਾਥ, ਤੇਰਾ ਪੰਥ ਨਾ ਰਹਾ ਤੇ ਗ੍ਰੰਥ ਕੌਣ ਮਾਨੇ। ਅੱਜ ਵਾਰ ਪੰਥ ਤੇ ਵੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਹੈ। ਅੱਜ ਕੇਵਲ ਸਿੰਘ ਜੀ, ਕੇਵਲ ਸਿੰਘ ਜੀ, ਗੁਰਮਤਿ ਮਾਜ਼ਰਤ ਚਾਹੁੰਦਾ ਤੁਹਾਨੂੰ ਰੋਕ ਰਿਹਾ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਅਸੀਂ ਕੇਵਲ ਧਰਮ ਨੂੰ ਮੰਨਦੇ ਹਾਂ, ਧਰਮ ਦੀ ਨਹੀਂ ਮੰਨਦੇ? ਜੇ ਮੰਨਦੇ ਹੁੰਦੇ ਨਾ ਤੇ ਅਸੀਂ ਇੱਥੇ ਨੌਬਤ ਨਾ ਆਉਂਦੀ ਜੀ। ਅਸੀਂ ਧਰਮ ਦੇ ਮੰਨਣ ਵਾਲੇ ਘਟੀ ਤੁਰੇ ਜਾ ਰਹੇ ਹਾਂ। ਧਰਮ ਦੀ ਚਰਚਾ ਬਾਹਰੀ ਤੌਰ ਤੇ ਵਾਧੀ ਤੁਰੀ ਜਾ ਰਹੀ ਹੈ। ਗੁਰਮਤਿ ਗਿਆਨ ਦੀ ਚਰਚਾ ਕਥਾ ਰਾਹੀਂ, ਕੀਰਤਨ ਰਾਹੀਂ ਸੰਸਾਰ ਦੇ ਸਾਰੇ ਕੋਨੇ ਵਿੱਚ ਹੋ ਰਹੀ ਹੈ, ਪਰ ਉੱਥੇ ਪੈਰਵਾਈ ਕਰਕੇ ਪਹਿਰੇਦਾਰੀ ਕਰਨ ਵਾਲੇ ਸੱਜਣਾਂ ਦੀ ਗਿਣਤੀ ਘਟਦੀ ਤੁਰੀ ਜਾ ਰਹੀ। ਅੱਜ ਪੰਥ ਦੀ ਗੱਲ ਕਿੱਥੇ ਹੋ ਰਹੀ ਹੈ? ਅੱਜ ਪੰਥ ਸ਼ਬਦ ਸਾਡੀ ਸੋਚ ਵਿੱਚ ਮਰ ਗਿਆ। ਪੰਥਕ ਜਥੇਬੰਦੀ, ਉਹ ਸੋਚ, ਉਹ ਜਾਹੋ ਜਲਾਲ, ਉਹ ਜਿਹੜਾ ਹੁਕੂਮਤਾਂ ਦੇ ਨਾਲ ਟੱਕਰ ਲੈਣ ਵਾਲੀ ਜਿਹੜੀ ਗੱਲ ਸੀ ਵਿਚਾਰਧਾਰਾ ਦੇ ਤੌਰ ਉੱਤੇ, ਅੱਜ ਉਹ ਸਿਲਸਿਲਾ ਸੜਕ ਤੇ ਰੁਕ ਗਿਆ ਹੋਇਆ। ਇਸ ਲਈ ਦਾਸ ਦੀ ਵਾਰ-ਵਾਰ ਬੇਨਤੀ ਇਹੀ ਰਹੇਗੀ ਕਿ ਅੱਜ ਗੁਰੂ ਗ੍ਰੰਥ ਤੇ ਗੁਰੂ ਪੰਥ, ਇਹ ਸਾਨੂੰ ਗੁਰੂ ਬਖਸ਼ੇ ਦੋ ਸਾਡੇ ਕੋ ਉਹ ਅਮਰ ਸਿਧਾਂਤ ਨੇ, ਜਿਨ੍ਹਾਂ ਦੋਵਾਂ ਤੇ ਹੁਕੂਮਤਾਂ ਨੇ ਵਾਰ ਪਹਿਲਾਂ ਵੀ ਕੀਤੇ ਨੇ, ਅੱਜ ਵੀ ਕਰ ਰਹੀਆਂ ਨੇ, ਇਹਨਾਂ ਕਰਦੇ ਵੀ ਰਹਿਣਾ ਹੈ। ਇਹਨਾਂ ਲੋਕਾਂ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਅਸੀਂ ਕਿਵੇਂ ਲਾਮਬੰਦ ਹੋਣਾ ਹੈ, ਵਿਚਾਰਧਾਰਕ ਤੌਰ ਤੇ ਵੀ, ਜਥੇਬੰਦਕ ਤੌਰ ਤੇ ਵੀ। ਇਹ ਸਾਡੀ ਅੱਜ ਪਹਿਲ ਕਦਮੀ ਬਣਦੀ ਹੈ, ਜਿੱਥੇ ਸਾਨੂੰ ਸਾਰਿਆਂ ਨੂੰ ਨਿੱਠ ਕੇ ਕੰਮ ਕਰਨ ਹੋਵੇ। ਭਾਵੇਂ ਮੀਡੀਆ ਸੈਟਅਪ ਹੈ, ਭਾਵੇਂ ਅਖਬਾਰਾਂ ਨੇ, ਭਾਵੇਂ ਯੂਨੀਵਰਸਿਟੀਆਂ ਦੇ ਕਾਲਜਾਂ 'ਚ ਬੈਠੇ ਸਾਡੇ ਬੁੱਧੀਜੀਵੀ ਨੇ, ਚਾਹੇ ਸਾਡੇ ਕਾਨੂੰਨਦਾਨ ਨੇ, ਜਾਂ ਸਿਆਸਤਦਾਨ ਵੀ ਜੇ ਕੋਈ ਸਿੱਖ ਮੰਨਦਾ ਹੈ ਆਪਣੇ ਆਪ ਨੂੰ, ਉਹਨੂੰ ਵੀ ਇਹ ਸੇਵਾ ਵਿੱਚ ਅੱਗੇ ਆ ਕੇ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਕੋਈ ਇਹੋ ਜਿਹਾ ਬੰਧਨ ਬਣੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਦੁਨੀਆ ਦਾ ਕੋਈ ਬੰਦਾ ਸੁਪਨੇ ਵਿੱਚ ਵੀ ਨਾ ਸੋਚ ਸਕੇ। ਇਸ ਤਰ੍ਹਾਂ ਆ ਕੇ ਜੋ ਕੁਝ ਕਰ ਰਿਹਾ, ਇਹ ਸਾਡੀ ਕਦੇ ਬੱਚੇ ਵੇਖ ਕੇ ਨਿਰਾਸ਼ ਹੋ ਰਹੇ ਨੇ। ਇਹ ਨਿਰਾਸ਼ਤਾ ਦੂਰ ਕਰਨ ਦੇ ਲਈ ਅੱਜ ਕੌਮੀ ਪ੍ਰਬੰਧ ਦੀ ਜ਼ਰੂਰਤ ਹੈ, ਕੌਮੀ ਸੁਧਾਰਾਂ ਦੀ ਜ਼ਰੂਰਤ ਹੈ, ਤਾਂ ਕਿ ਉਹਦੇ ਵਿੱਚ ਅਸੀਂ ਕੰਮ ਕਰਕੇ ਨਤੀਜੇ ਠੀਕ ਦੇ ਸਕਦੇ ਹਾਂ ਔਰ ਕੌਮ ਦਾ ਮਨ ਵੀ ਦੇ ਸਕਦੇ ਹਾਂ ਤੇ ਉਹ ਫਰਜ਼ ਵੀ ਸੁਧਾਰ ਤੇ ਉਹ ਵਿਚਾਰ ਵੀ ਨਾਲ ਸਾਂਝੇ ਕਰੋ। ਕਿਹੋ ਜਿਹੇ ਸੁਧਾਰ ਹੋਣੇ ਚਾਹੀਦੇ ਆ, ਕਿਹੋ ਜਿਹੇ ਕੰਮ ਹੋਣੇ ਚਾਹੀਦੇ ਆ, ਕਿਉਂਕਿ ਤੁਸੀਂ ਆਪ ਹੀ ਦੱਸਿਆ ਕਿ ਸੋਧੇ ਲਾ ਕੇ ਵੀ ਦੇਖ ਲਿਆ ਫਿਰ ਕਿਹੜਾ ਘਟਨਾਵਾਂ ਰੁਕ ਰਹੀਆਂ ਨੇ, ਧਰਨੇ ਲਾ ਕੇ ਵੀ ਦੇਖ ਲਏ ਫਿਰ ਕਿਹੜਾ ਘਟਨਾਵਾਂ ਰੁਕੀਆਂ ਨੇ। ਫਿਰ ਹੋਣਾ ਕੀ ਚਾਹੀਦਾ, ਇਸ ਤੋਂ ਅੱਗੇ ਕੀ ਹੋਣਾ ਚਾਹੀਦਾ? ਦੇਖੋ ਜੀ, ਸਾਨੂੰ ਅੱਜ ਅਸੀਂ ਨਾ ਪਿਛਲੇ ਦਿਨਾਂ 'ਚ ਬੇਅਦਬੀ ਦੇ ਮੁੱਦੇ ਤੇ 15 ਤੋਂ ਲਗਾਤਾਰ ਜੇ ਘਟਨਾ ਦੇ ਦੁਕਾਨ ਤੇ ਕੋਟਕਪੂਰੇ 'ਚ ਦਾਸ ਬੈਠਾ ਹੋਇਆ ਸੀ, ਜੋ ਡਾਂਗਾ ਸਾਡੇ ਤੇ ਚੱਲੀਆਂ ਨੇ, ਉੱਥੋਂ ਅਸੀਂ ਭੋਗ ਕੇ ਸਾਡੇ ਤੋਂ ਵੀ ਉਦੋਂ 307 ਲੱਗੀ ਸੀ। ਅੱਜ ਵੀ ਜਿਹੜੀਆਂ ਸਿੱਟਾਂ ਬਣਦੀਆਂ ਨੇ ਸਾਰਿਆਂ ਕੋਲ ਜਾ ਕੇ ਆਪਣੀ ਜ਼ਿੰਮੇਵਾਰੀ ਨਾਲ ਗਵਾਹੀ ਦੇ ਕੇ ਆ ਰਹੇ ਹਾਂ। ਅਸੀਂ ਜੋ ਕੁਝ ਹੁਣ ਤੱਕ ਪਾਇਆ ਹੈ, ਇਹੀ ਸਾਡਾ ਘਾਟ ਪਾਈ ਗਈ ਹੈ ਕਿ ਅਸੀਂ ਜਜ਼ਬਾਤੀ ਤੌਰ ਤੇ ਥੋੜੀ ਸਮੇਂ ਲਈ ਕੰਮ ਕਰਦੇ ਹਾਂ। ਅਸੀਂ ਨਿਰੰਤਰ ਜਿਵੇਂ ਕੌਮਾਂ ਚੱਲਦੀਆਂ ਨੇ, ਕੌਮਾਂ ਦੇ ਪ੍ਰਬੰਧ ਚੱਲਦੇ ਨੇ, ਉਹ ਪ੍ਰਬੰਧ ਚਲਾਉਣ ਦੇ ਵਿੱਚ ਅਸੀਂ ਫੇਲ ਆ। ਸਾਨੂੰ ਆਪਣੀ ਕੌਮ ਦਾ ਕਾਨੂੰਨੀ ਪੱਖ ਤੋਂ, ਪ੍ਰਬੰਧਕੀ ਪੱਖ ਤੋਂ, ਹਰ ਤਰ੍ਹਾਂ ਦੀ ਕਿਸੇ ਦੀ ਮਦਦ ਕਰਨ ਦੇ ਪੱਖ ਤੋਂ ਸਾਨੂੰ ਆਪਣੇ ਇੱਕ ਸਿਸਟਮ ਖੜਾ ਕਰਨਾ ਪਏਗਾ, ਜਿਹੜਾ ਸਿਸਟਮ ਸਾਡਾ ਸਰਕਾਰਾਂ ਦੀਆਂ ਪਾਲਿਸੀਆਂ ਨੇ ਸਮਝੇ, ਕੌਮ ਨੂੰ ਵੀ ਅਗਾਹ ਕਰੇ। ਅਸੀਂ ਆਪਣੀ ਜਿਹੜੀ ਗੱਲ ਹੈ ਉਹ ਵਕਤ ਉੱਤੇ ਵਕੀਲ ਨਾ ਲੱਭਦੇ ਫਿਰੀਏ, ਵਕਤ ਤੇ ਧਨ ਨਾ ਉਜਾੜਾ ਕਰਦੇ ਫਿਰੀਏ। ਅਸੀਂ ਆਪਣੀ ਕੌਮ ਦੇ ਦੁਖਾਂਤਾਂ ਚੋਂ ਬਾਹਰ ਨਿਕਲਣ ਵਾਸਤੇ ਸਾਡੇ ਪੱਕੇ ਸਿਸਟਮ ਚਾਹੀਦੇ ਨੇ, ਤਾਂ ਕਿ ਅਸੀਂ ਉਹਨਾਂ ਤੇ ਕੰਮ ਕਰਦੇ ਕਰਦੇ ਅਸੀਂ ਸਰਕਾਰਾਂ ਨੂੰ ਦੱਸ ਸਕੀਏ ਕਿ ਜੋ ਕੁਝ ਹੋ ਰਿਹਾ ਸਾਡੇ ਨਾਲ ਇਹ ਹੋ ਰਿਹਾ, ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹਦੇ 'ਚ ਸਰਕਾਰ ਦੀਆਂ ਨੀਤੀਆਂ ਜੱਦਾ ਸਾਹਿਬ ਚਰਚਾ ਨੂੰ ਜਾਰੀ ਰੱਖਾਂਗੇ। ਗਰਾਊਂਡ ਜ਼ੀਰੋ ਤੋਂ ਰੋਜ਼ਾਨਾ ਸਪੋਕਸਮੈਨ ਦੀ ਟੀਮ ਪਲ-ਪਲ ਦੀ ਅਪਡੇਟ ਉੱਥੋਂ ਦੇ ਰਹੀ ਹੈ। ਮੌਕੇ ਦੀ ਸਥਿਤੀ ਕੀ ਹੈ, ਮੌਕੇ ਦੇ ਹਾਲਾਤ ਇਸ ਵੇਲੇ ਕੀ ਨੇ, ਸਿੱਖ ਸੰਗਤ ਦੀ ਉੱਥੋਂ ਦੀ ਡਿਮਾਂਡ ਕੀ ਹੈ, ਇੱਕ ਵਾਰੀ ਉਹ ਵੀ ਆਪਣੇ ਦਰਸ਼ਕਾਂ ਨਾਲ ਤਸਵੀਰ ਸਾਂਝੀ ਕਰਾਂਗੇ। ਸੁਰਖਾਬ ਸਾਡੇ ਪੱਤਰਕਾਰ ਗਰਾਊਂਡ ਜ਼ੀਰੋ ਤੋਂ ਬਣੇ। ਸੁਰਖਾਬ, ਮੌਕੇ ਦੀ ਸਥਿਤੀ ਦਾ ਹਾਲ ਜ਼ਰੂਰ ਦੱਸਿਓ। ਸੋ ਇਸ ਵਕਤ ਅਸੀਂ ਜਿਹੜਾ ਕਿ ਆ ਉਹ ਮਰਿੰਡਾ ਖੜੇ ਆ, ਰੋਡ ਤੋਂ ਦਿਖਾ ਦਿੰਦੇ ਆ, ਲੁਧਿਆਣਾ ਤੋਂ ਚੰਡੀਗੜ੍ਹ ਰੋਡ ਹੈ। ਹਾਲਾਂਕਿ ਸਿੱਖ ਸੰਗਤ ਨੇ ਇਹ ਰੋਡ ਵੀ ਜਿਹੜਾ ਕਿ ਜਾਮ ਕਰ ਦਿੱਤਾ ਗਿਆ ਹੈ ਸਿੱਖ ਵੱਲੋਂ, ਕਿਉਂਕਿ इंसाफ की गल जो होंगी है, हालांकि जिस तरीके दे नाल जो संतुष्टि की गल होंगी है तो सिख संगत का कहना है कि संतुष्टि नहीं है। तो तस्वीर दिखा दें, एक बदलती हुई तस्वीर
ਹਲਚਲ ਹੁੰਦੀ ਨਜ਼ਰ ਆ ਰਹੀ ਹੈ। ਸ਼ਾਇਦ ਸਿੱਖ ਸੰਗਤ ਵੱਲੋਂ ਜੋ ਧਰਨਾ ਦਿੱਤਾ ਗਿਆ ਸੀ ਉਹ ਜਿਹੜਾ ਕਿ ਇੱਥੇ ਸਮਾਪਤ ਕਰਤਾ, ਰੋਡ ਜਿਹੜਾ ਕਿ ਖੋਲ ਦਿੱਤਾ ਗਿਆ ਹੈ, ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਤੇ ਇਸ ਵਕਤ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਲਮੇਲ ਜਿਹੜਾ ਕਿ ਬਣਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ ਹੁਣ ਧਰਨਾ ਜਿਹੜਾ ਕਿ ਸਮਾਪਤ ਕੀਤਾ ਗਿਆ ਆ। ਆਗੂਆਂ ਦਾ ਕੀ ਕਹਿਣਾ ਜ਼ਰੂਰ ਗੱਲਬਾਤ ਕਰਾਂਗੇ ਕਿ ਆਗੂ ਇਸ ਵਕਤ ਕੀ ਕਹਿਣਾ ਚਾਹੁੰਦੇ ਨੇ ਜੀ। ਕੀ ਕਹਿਣਾ ਚਾਹੁੰਦੇ ਜੀ, ਧਰਨਾ ਸਮਾਪਤ ਕਰਤਾ ਗਿਆ ਰੋਡ ਦਾ? ਬਿਲਕੁਲ ਜੀ, ਸੰਗਤਾਂ ਨੇ ਜਿਨ੍ਹਾਂ ਨੇ ਲਾਇਆ ਸੀ ਉਹਨਾਂ ਨੇ ਸਮਾਪਤ ਕਰਤਾ ਹੈ। ਅਸੀਂ ਉਹਨਾਂ ਨਾਲ ਬਿਲਕੁਲ ਸਹਿਯੋਗ ਦਿੱਤਾ ਹੈ। ਅਸੀਂ ਇਹ ਆ ਵੀ ਸ਼ਾਂਤਮਈ ਚੱਲੂਗਾ, ਪਰ ਵੱਖ-ਵੱਖ ਜਗ੍ਹਾ ਤੇ ਚੱਲਦਾ ਸੀ। ਇਹ ਖਤਮ ਨਹੀਂ ਚੱਕਿਆ ਗਿਆ ਧਰਨਾ। ਇਹ ਧਰਨਾ ਜਿਹੜੇ ਬੱਚੇ ਛੋਟੇ ਛੋਟੇ ਬੱਚੇ ਬੱਸਾਂ ਦੇ ਵਿੱਚ ਬਿਲਕ ਰਹੇ ਆ ਨਾ, ਅਸੀਂ ਉਹਨਾਂ ਨੂੰ ਦੇਖਦੇ ਧਰਨਾ ਸਾਈਡ ਤੇ ਲਾਇਆ, ਲਾਈਟਰ ਦੇ ਲਾ ਰਹੇ ਆ ਜੀ, ਚੱਕ ਨਹੀਂ ਰਹੇ ਜੀ ਧਰਨਾ ਸਾਈਡ ਤੇ ਕਰ। ਅਸੀਂ ਇਨਸਾਫ ਲੈਣ ਤੱਕ ਧਰਨਾ ਨਹੀਂ ਚੱਕਣਾ, ਲੇਕਿਨ ਬੱਚੇ ਜਿਹੜੇ ਬਿਲਕ ਰਹੇ ਆ ਜੀ ਉਹ ਛੋਟੇ ਛੋਟੇ। ਸਪਸ਼ਟ ਕਰੋ, ਪੁਲਿਸ ਨੇ ਕਿਹਾ ਕਿ ਅਸੀਂ 295 ਇਹ ਲਾਤੀ, 307 ਧਾਰਾ ਲਾਤੀ ਆ, ਜੋ ਧਾਰਾਵਾਂ ਸਾਨੂੰ ਦੱਸੀਆਂ ਗਈਆਂ। ਤੁਸੀਂ ਹੁਣ ਇਨਸਾਫ ਕਿਹਨੂੰ ਮੰਨਦੇ ਹੋ? 295 ਕੀ ਜਿਹੜਾ ਜ਼ਮਾਨਤ ਹੋਈ ਨੇ ਜੀ ਉਹਦੀ। ਅਸੀਂ ਕਹਿੰਦੇ ਆ ਵੀ ਜਿਹੜੀ ਪ੍ਰਬੰਧਕ ਕਮੇਟੀ ਹੈ, ਜਿਹੜੀ ਵਾਂਗਡੋਰ ਸੰਭਾਲੀ ਬੈਠੀ ਹੈ, ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਪਰਚਾ ਉਹਨਾਂ ਤੇ ਵੀ ਹੋਣਾ ਚਾਹੀਦਾ। ਸਾਡੇ ਇਹ ਮੰਗ ਹੈ ਜੀ, ਇਸ ਗੱਲ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਹ ਮੰਗ ਹੈ। ਜਿਹੜੀ ਪ੍ਰਬੰਧਕ ਕਮੇਟੀ ਉੱਥੇ ਬੈਠਿਆਂ ਘੜਾ ਮਚੌਧਰੀ ਨਾ ਖਾ ਰਹੇ ਆ ਧੰਨ ਗੁਰਦੁਆਰੇ ਦਾ, ਉਹਨਾਂ ਤੇ ਪਰਚਾ ਨਾਲ ਹੋਣਾ ਚਾਹੀਦਾ ਜੀ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਬਿਲਕੁਲ ਹੋਣਾ ਚਾਹੀਦਾ ਜੀ। ਕਮੇਟੀ ਦਾ ਕਿਸੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਹਦੇ ਨਾਲ ਸਹਿਮਤ ਨਹੀਂ ਜਿਹੜਾ ਧਰਨਾ ਚੱਕਿਆ ਬਈ ਅਸੀਂ ਆਪਣੇ ਪੈਰਾਂ ਤੇ ਕੁਹਾੜੇ ਆਪ ਮਾਰੇ ਹੋਏ ਆ। ਇਹ ਤੋਂ ਬਾਅਦ ਮੇਰੇ ਕੋਲ ਲਫ਼ਜ਼ ਨਹੀਂ, ਆਈ ਐਮ ਅਗੇਂਸਟ ਦਿਸ। ਮੇਰਾ ਡਾਇਸੈਂਟ ਨੋਟ ਹੈ, ਸਹਿਮਤ ਨਹੀਂ ਹੈ। ਨਹੀਂ, ਅਸੀਂ ਐਜ ਇਨਸਾਨੀਅਤ ਕਿੰਨੇ ਬਰਗਾੜੀ ਕੀ ਮਿਲੇ ਹੁਣ ਤੱਕ ਇਨਸਾਫ ਨਹੀਂ ਮਿਲਿਆ, ਧਰਨਾ ਕਿੰਨਾ ਚੱਲਿਆ ਜੀ ਉਹ। ਅਸੀਂ ਐਜ ਇਨਸਾਨੀਅਤ ਜਿਹੜੇ ਬੱਚੇ ਬਹੁਤ ਦੂਰ ਦੂਰ ਦੇਖੋ ਅੰਮ੍ਰਿਤਸਰ ਤੱਕ ਦੀ ਸੰਗਤ ਖੜੀ ਆ ਰਸਤੇ ਦੇ ਵਿੱਚ ਅੜੀ, ਠੀਕ ਹੈ ਜੀ ਗੱਲ। ਇੱਧਰ ਸਾਨੂੰ ਧਰਨੇ ਦਾ ਇਨਸਾਫ ਹੁਣ ਤੱਕ ਨਹੀਂ ਮਿਲਿਆ। ਕੀ ਤੋਂ ਸਾਈਡ ਤੇ ਲਿਜਾ ਰਹੇ ਅਸੀਂ ਬਸ। ਅਸੀਂ ਆਪਣਾ ਧਰਨਾ ਜਿਹੜਾ ਸੰਗਤ ਦੇ ਸਹਿਯੋਗ ਨਾਲ ਸੰਗਤਾਂ ਨੇ ਕਿਹਾ ਕਿ ਸਾਈਡ ਤੇ ਚੱਲ ਆਪਾਂ ਸੰਗਤ ਦਾ ਰਸਤਾ ਖੋਲ ਦਈਏ, ਪ੍ਰੋਟੈਸਟ ਹੋਣਗੇ ਠੀਕ ਹੈ ਜਦ ਤੱਕ ਸੜਕ ਤੋਂ ਸਾਈਡ ਤੇ ਬਿਲਕੁਲ ਸਾਈਡ ਤੇ ਹਾਂਜੀ ਸਾਈਡ ਤੇ। ਇਹ ਧਰਨਾ ਹੁਣ ਕਿੰਨਾ ਚਿਰ ਹੋਰ ਚੱਲੇਗਾ? ਇਹ ਹੁਣ ਸੰਗਤ ਦੀ ਸਹਿਮਤੀ ਨਾਲ ਸਮੇਂ ਦੇ ਹਿਸਾਬ ਨਾਲ ਜਿੰਨਾ ਵੀ ਟਾਈਮ ਸਾਨੂੰ ਲੱਗਿਆ ਉਹਨਾਂ ਅਸੀਂ ਵੱਧ ਤੋਂ ਵੱਧ ਸਿਰ ਜਾਨ ਲਾ ਦਾਂਗੇ ਜੀ। ਗੱਲ ਇਨਸਾਫ ਦੀ ਹੋ ਰਹੀ। ਇਨਸਾਫ ਤੁਹਾਡੀ ਨਜ਼ਰ 'ਚ ਕੀ ਹੈ? ਇਨਸਾਫ ਕਿੱਦਾਂ ਦਾ ਮੰਗ? ਸਾਡੀ ਨਜ਼ਰ 'ਚ ਕੀ ਹੈ ਇਨਸਾਫ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਹੋਵੇ, ਕੁਰਾਨ ਹੋਵੇ, ਗੀਤਾ ਹੋਵੇ, ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਸਰਕਾਰਾਂ ਨੂੰ ਇਹ ਚੀਜ਼ ਬਹੁਤ ਸੀਰੀਅਸਲੀ ਲੈਣੀ ਚਾਹੀਦੀ। ਕੋਈ ਸਰਕਾਰ ਬਹੁਤ ਲੰਬੇ ਸਮੇਂ ਤੋਂ ਕੋਰਟਾਂ ਦੇ ਵਿੱਚ ਪਟੀਸ਼ਨਾਂ ਪਾਈ ਜਾਂਦੀਆਂ, ਬੇਅਦਬੀਆਂ ਹੋਈ ਜਾਂਦੀਆਂ ਨੇ ਤੇ ਦੋਸ਼ੀ ਫੜੇ ਜਾਂਦੇ ਆ, ਬਾਅਦ ਵਿੱਚ ਕਹਿੰਦੇ ਨੇ ਮੈਂਟਲੀ ਅਪਸੈਟ ਸੀ। ਕਿਉਂ ਬਈ? ਜਿਹੜਾ ਬੰਦਾ ਮੈਂਟਲੀ ਅਪਸੈਟ ਹੋਵੇ ਬੰਦਾ, ਮੈਂ ਆਪਣਾ ਸਿਰ ਕੰਧ 'ਚ ਕਿਉਂ ਨਹੀਂ ਮਾਰਦਾ ਬਈ? ਜੇ ਮੈਂ ਮੈਂਟਲੀ ਅਪਸੈਟ ਹੈ ਮੈਂ ਆਪਣਾ ਸਿਰ ਕੰਧ 'ਚ ਕਿਉਂ ਨਹੀਂ ਮਾਰਦਾ? ਤਾਂ ਮੈਨੂੰ ਗੁਰੂ ਇੰਨਾ ਪਵਿੱਤਰ ਚੀਜ਼ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਕਿਉਂ ਤੁਰਦੇ ਹਾਂ ਆਪਣੇ ਮੈਂਟਲੀ ਅਪਸੈਟ ਹੋ ਕੇ? ਇਹ ਗੱਲਾਂ ਬਹੁਤ ਸੋਚਣ ਵਿਚਾਰਦੇ ਨੇ, ਇਹ ਏਜੰਸੀਆਂ ਦੀਆਂ ਗੱਲਾਂ ਨੇ। ਇਹ ਸਾਨੂੰ ਸਿੱਖ ਮੁਸਲਿਮ ਇਸਾਈ ਜਿੰਨੇ ਵੀ ਸਾਡੇ ਸੱਭਿਆਚਾਰ ਮਤਲਬ ਭਾਈਚਾਰੇ ਨੇ ਉਹਨਾਂ ਨੂੰ ਆਪਸ ਵਿੱਚ ਉਲਝਾ ਕੇ ਇੱਕ ਮਤਲਬ ਸਰਕਾਰਾਂ ਕੰਮ ਕੋਈ ਨਹੀਂ ਕਰ ਰਹੀਆਂ, ਸਾਨੂੰ ਇਹਨਾਂ ਕੰਮਾਂ ਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੀਆਂ। ਇਹ ਸਰਕਾਰਾਂ ਨੇ ਬਹੁਤ ਆਇਆ ਜਾ ਰਿਹਾ। ਦੇਖੋ ਕੱਲ ਸ਼ਾਂਤੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ। ਕੱਲ ਜਿਹੜਾ ਐਕਸੀਡੈਂਟ ਹੋਇਆ ਅੰਮ੍ਰਿਤਪਾਲ ਵਾਲਾ, ਉਸ ਨੂੰ ਭੜਕਾਉਣ ਦਾ ਇੱਕ ਜਲੰਧਰ ਦੀ ਜਿਮਨੀ ਚੋਣ ਲੋਕਾਂ ਦਾ ਮਨ ਭੜਕਾਉਣ ਵਾਸਤੇ ਸਾਰਾ ਸਰਕਾਰ ਨੇ ਕਰਵਾਇਆ ਹੀ ਗੱਲ ਹੋ ਗਈ, ਕਿਉਂਕਿ ਸਰਕਾਰ ਦੀਆਂ ਨਗੈਲੀਆਂ ਬਿਲਕੁਲ ਸਾਜ਼ਿਸ਼ ਹੈ ਜੀ। ਇਹ ਸਾਜ਼ਿਸ਼ੀ ਢੰਗ ਦੇ ਨਾਲੇ ਕੰਮ ਕਰਵਾਇਆ ਗਿਆ ਜੀ ਸਾਰਾ। ਇਹ ਸਿਆਸੀ ਸਾਜ਼ਿਸ਼ ਦਾ ਨਾਮ ਦਿੱਤਾ ਜਾ ਰਿਹਾ ਹੈ ਕਿ ਸਿਆਸੀ ਸਾਜ਼ਿਸ਼ ਹੈ ਇੱਕ, ਪਰ ਇਸ ਸਭ ਦੇ ਵਿੱਚ ਇੱਕ ਜ਼ਰੂਰ ਅਸੀਂ ਕਦੀ ਖਬਰ ਤੁਹਾਨੂੰ ਤੱਕ ਪਹੁੰਚਾਉਣੀ ਚਾਹਾਂਗੇ ਕਿ ਸਿੱਖ ਸੰਗਤ ਦਾ ਕਹਿਣਾ ਆ ਕਿ ਇਸ ਵਕਤ ਰੋਡ ਦੇ ਉੱਤੇ ਜਾਮ ਕੀਤਾ ਗਿਆ ਸੀ, ਜੋ ਧਰਨਾ ਲਾਇਆ ਗਿਆ ਸੀ, ਉਸ ਨੂੰ ਰੋਡ ਤੋਂ ਪਾਸੇ ਸ਼ਿਫਟ ਕੀਤਾ ਜਾ ਰਿਹਾ। ਧਰਨਾ ਖਤਮ ਨਹੀਂ ਕੀਤਾ ਜਾ ਰਿਹਾ। ਸਿੱਖ ਸੰਗਤ ਦਾ ਕਹਿਣਾ ਆ ਕਿ ਰੋਡ ਤੋਂ ਪਾਸੇ ਜ਼ਰੂਰ ਸ਼ਿਫਟ ਕੀਤਾ ਜਾ ਰਿਹਾ ਕਿ ਇਨਸਾਨੀਅਤ ਦੇ ਨਾਤੇ ਲੋਕਾਂ ਨੂੰ ਸਮੱਸਿਆ ਨਾ ਆਵੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਵਾਜਾਈ ਜਿਹੜੀ ਕਿਹਾ ਲੁਧਿਆਣਾ ਤੇ ਜਿਹੜਾ ਚੰਡੀਗੜ੍ਹ ਰੋਡ ਹੈ ਉਸ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ ਇਸ ਵਕਤ। ਹਾਲਾਂਕਿ ਪਹਿਲਾਂ ਇੱਥੇ ਧਰਨਾ ਲਾਇਆ ਗਿਆ ਸੀ, ਇੱਕ ਧਰਨਾ ਪੁਲਿਸ ਥਾਣੇ ਦੇ ਬਾਹਰ ਚੱਲ ਰਿਹਾ ਤੇ ਲਗਾਤਾਰ ਜਿਹੜਾ ਕਿ ਇਨਸਾਫ ਦੀ ਮੰਗ ਕਰ ਰਿਹਾ, ਪਰ ਹੁਣ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਹੁਣ ਦੇਖਣਾ ਇਹ ਆ ਕਿ ਕਿਸ ਤਰ੍ਹਾਂ ਦੀ ਨਜ਼ਰ ਦੇ ਵਿੱਚ ਜਿਹੜਾ ਕਿ ਸੰਤੁਸ਼ਟੀ ਇਹਨਾਂ ਨੂੰ ਸਿੱਖ ਸੰਗਤ ਨੂੰ ਹੁੰਦੀ ਹੈ ਤੇ ਇਨਸਾਫ ਦੀ ਜਦੋਂ ਗੱਲ ਕਰਦੇ ਆ ਕਿ ਇਨਸਾਫ ਕਿਸ ਰੂਪ ਦੇ ਵਿੱਚ ਹੋਵੇਗਾ। ਮੌਕੇ ਦੀ ਸਥਿਤੀ ਨੂੰ ਸਾਂਝਾ ਕਰਨ ਲਈ, ਉੱਥੋਂ ਦੀ ਜਾਣਕਾਰੀ ਸਾਂਝਾ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਔਰ ਇਸ ਵੇਲੇ ਮਹਿਮਾਨ ਸਾਡੇ ਨਾਲ ਜਿਹੜੇ ਆ ਉਹ ਲਗਾਤਾਰ ਬਣੇ ਹੋਏ। ਜਸਕਰਨ ਸਿੰਘ ਜੀ ਨੂੰ ਮੈਂ ਪੁੱਛਣਾ ਚਾਹੂੰਗਾ। ਜਸਕਰਨ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ?
ਹਾਂਜੀ ਧਾਰੀਵਾਲ ਸਾਹਿਬ ਪਹੁੰਚ ਰਹੀ ਹੈ। ਜਸਕਰਨ ਜੀ, ਤੁਹਾਡੀ ਪਾਰਟੀ ਦੇ ਬੰਦਿਆਂ ਨੇ ਕਿਹਾ ਮੌਕੇ ਤੇ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ, ਲਾਈਵ ਅਸੀਂ ਸਾਰਾ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਉਹਨਾਂ ਨੇ ਕਿਹਾ ਕਿ ਅਸੀਂ ਧਰਨਾ ਚੱਕ ਦਿੱਤਾ ਹੈਗਾ, ਪਰ ਅੱਧੇ ਬੰਦੇ ਸਹਿਮਤ ਇਸ ਨਾਲ ਨਹੀਂ ਹੈ। ਕਿਸਾਨੀ ਅੰਦੋਲਨ ਪੱਕਾ ਚੱਲਿਆ, ਪੱਕੇ ਤੌਰ ਤੇ ਰੋਡ ਬੰਦ ਕੀਤੇ ਗਏ, ਜਾਮ ਕੀਤਾ ਗਿਆ, ਨਤੀਜਾ ਹੋਇਆ ਜਿਹੜੇ 3 ਕਾਨੂੰਨ ਸੀਗੇ ਵਾਪਸ ਹੋਏ। ਤੇ ਜੇ ਇਸੇ ਤਰੀਕੇ ਦੇ ਨਾਲ ਸਾਡੇ ਧਰਨੇ ਅੰਦੋਲਨ ਵਿਕਦੇ ਰਹੇ, ਚੱਕੇ ਜਾਂਦੇ ਰਹੇ, ਬਰਗਾੜੀ ਦੇ ਵਿੱਚ ਕੀ ਹੋਇਆ? ਬਰਗਾੜੀ ਦੇ ਵਿੱਚ ਕਿੰਨਾ ਰੌਲਾ ਪਿਆ ਪੈਸਿਆਂ ਦੇ ਲੈਣ ਦੇਣ ਦਾ, ਇੱਕ ਭਰੋਸੇ ਤੋਂ ਬਾਅਦ ਹੀ ਚੱਕ ਲਿਆ ਗਿਆ। ਕੀ ਫਿਰ ਜਦੋਂ ਅਸੀਂ ਭਰੋਸਿਆਂ ਦੇ ਵਿੱਚ ਆਪਣੇ ਧਰਨੇ ਖਤਮ ਕਰ ਦਿੰਦੇ ਆ ਤੇ ਫਿਰ ਇਸੇ ਕਰਕੇ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ? ਨਤੀਜਾ ਇਹ ਹੁੰਦਾ ਕਿ ਅਗਲੀ ਬੇਅਦਬੀ ਸਾਡੇ ਲਈ ਤਿਆਰ ਹੁੰਦੀ ਹੈ। ਹਾਂ ਧਾਰੀਵਾਲ ਸਾਹਿਬ, ਹਾਂ ਵਿਚਾਰ ਆਪੋ ਆਪਣੇ ਹੁੰਦੇ ਆ। ਬਗਰਾੜੀ ਜਿਹੜਾ ਮੋਰਚਾ ਲੱਗਿਆ ਸੀਗਾ 195 ਦਿਨ ਚੱਲਿਆ, ਉਸ ਮੋਰਚੇ ਦੇ ਵਿੱਚ ਗਲਾਸ ਨੂੰ ਕਦੇ ਅੱਧਾ ਖਾਲੀ ਨਹੀਂ ਕਹਿਣਾ ਚਾਹੀਦਾ, ਗਲਾਸ ਨੂੰ ਕੌਮ ਨੂੰ ਅੱਧਾ ਭਰਿਆ ਹੀ ਕਹਿਣਾ ਚਾਹੀਦਾ। ਆਪਾਂ ਗੁਲਾਮ ਬੰਦੇ ਆ। ਜੇ ਆਪਣਾ ਰਾਜ ਭਾਗ ਹੁੰਦਾ, ਗੁਲਾਮ ਬੰਦੇ ਧਰਨਿਆਂ 'ਚ ਰਹਿੰਦੇ ਆ, ਸੜਕਾਂ 'ਚ ਜਾਮ ਰਹਿੰਦੇ ਆ, ਜੇਲ੍ਹਾਂ 'ਚ ਬੰਦ ਹੁੰਦੇ ਆ ਤੇ ਗੁਲਾਮ ਬੰਦਿਆਂ ਨੂੰ ਫਾਂਸੀਆਂ ਤੇ ਰਹਿਣਾ ਪੈਂਦਾ ਹੈ, ਪਰ ਫਿਰ ਵੀ ਉਹ ਲੜਾਈ ਲੜੀ ਜਾਂਦੇ ਆ। ਬਗਰਾੜੀ ਦੇ ਵਿੱਚ ਪੁਲਿਸ ਅਣਪਛਾਤੀ ਹੋ ਗਈ ਸੀ ਤੇ ਉਮਰਾ ਨੰਗਲ ਨੂੰ ਵੀ ਅੰਦਰ ਜਾਣਾ ਪਿਆ, ਚਰਨਜੀਤ ਨੂੰ ਵੀ ਅੰਦਰ ਜਾਣਾ ਪਿਆ। ਦਿਲਬਾਗ ਸਿੰਘ ਬਾਗਾ 25 ਸਾਲ ਬਾਅਦ ਆਇਆ। ਪਰੋਲ ਸਿਸਟਮ ਦੇ ਵਿੱਚ ਪਹਿਲਾਂ 21 ਦਿਨ ਪਰੋਲ ਬੰਦਾ ਜਾਂਦਾ ਹੁੰਦਾ ਸੀ, ਜਿਹੜਾ ਬੰਦੇ ਕੋਲੇ ਜ਼ਮੀਨ ਨਹੀਂ, ਤੇ 42 ਦਿਨ ਜਾਂਦਾ ਸੀ ਪਰੋਲ ਤੇ ਉਹ ਆਦਮੀ ਤੇ ਜਿਹਦੇ ਕੋਲੇ ਜ਼ਮੀਨ ਸੀ। ਪਰੋਲ ਸਿਸਟਮ ਦੇ ਵਿੱਚ ਹੋਇਆ ਸੁਧਾਰ ਕਿ 90 ਦਿਨ ਦੀ ਪਰੋਲ ਬੰਦਾ ਜਾਣਾ ਸ਼ੁਰੂ ਹੋਇਆ ਤੇ ਪੰਜਾਬ 'ਚ ਪਹਿਲਾਂ ਹੋਇਆ ਕਿ ਇਹ ਤੁਸੀਂ 6 ਮਹੀਨੇ ਵੀ ਇਕੱਠੀ ਪਰੋਲ ਤੇ ਜਾ ਸਕਦੇ ਹੋ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਉਹ ਦਸੇ ਦੇ ਦਸੇ ਫੜੇ ਗਏ, 5 ਮਾਲਕਿਆਂ ਵਾਲੇ ਫੜੇ ਗਏ ਤੇ ਉਦੋਂ ਬਾਅਦ 10 ਜਿਨ੍ਹਾਂ ਨੇ ਭਗਤੇ 'ਚ ਕੀਤੀ ਸੀ ਬੇਅਦਬੀ ਗੁਟਕਾ ਸਾਹਿਬ ਦੀ, ਉਹ ਫੜੇ ਗਏ ਆ। ਤੇ ਉਦੋਂ ਬਾਅਦ ਹਰਸ਼ ਧੂਰੀ, ਪ੍ਰੀਤਦੀਪ ਬਰੇਟਾ ਤੇ ਸੰਦੀਪ ਕਲੇਰ, ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਹੋਈ ਹੈ, ਸਮੇਤ ਸਿੰਘ ਸੈਣੀ ਦੀ ਪੂਰੀ ਪੁੱਛਗਿੱਛ ਹੋਈ ਆ, ਮਨਤਾਰ ਬਰਾੜ ਦੀ ਪੁੱਛਗਿੱਛ ਹੋਈ ਆ। ਉਹਦੇ ਵਿੱਚ ਰੋਜ਼ਨਾਮੇ 'ਚ ਉਹਨਾਂ ਦਾ ਨਾਂ ਪਿਆ, ਪਰ ਫਿਰ ਵੀ ਸਰਕਾਰ ਵਾਅਦਾ ਕਰਕੇ ਗਈ ਸੀ, ਸਰਕਾਰ ਆਪਦੇ ਤੋਂ ਮੁੱਕਰ ਗਈ ਹੈ। ਜੇ ਸਰਕਾਰ ਦੇ ਨਾਲ ਨਾ ਬੈਠ ਕੇ ਟੇਬਲ ਤੇ ਗੱਲ ਕਰਦੇ ਤੇ ਉਹ ਕਹਿੰਦੇ ਵੀ ਇੰਨਾ ਕੁਛ ਵਿਧਾਨ ਸਭਾ ਦੇ ਵਿੱਚ ਪੂਰਾ ਰੌਲਾ ਪਿਆ, ਪੂਰੀ ਵਿਧਾਨ ਸਭਾ ਗੂੰਜੀ ਹੈ, ਪਰ ਫਿਰ ਵੀ ਅਸੀਂ ਗੁਲਾਮ ਬੰਦੇ ਆ। ਇਹ ਜਿਹੜਾ ਲਖਵੀਰ ਸਿੰਘ ਉੱਥੇ ਸੀ ਸਾਡਾ MLA ਖਰੜ ਦਾ, ਜਿਹੜਾ ਬੋਲ ਰਿਹਾ ਸੀ, ਉਹਨਾਂ ਨੇ ਕਿਹਾ ਵੀ ਲੋਕ ਵਿਰਕਦੇ ਸੀ, ਨਹੀਂ ਤਾਂ ਲੋਕ ਕਹਿੰਦੇ ਆ ਕਿ ਭਾਈ ਇਹ ਧਰਨੇ ਮੁਜ਼ਾਹਰਿਆਂ ਚ ਸਾਈਡ ਤੇ, ਇਸ ਕਰਕੇ ਲੋਕਾਂ ਦੇ ਕਰਕੇ ਉਹਨੇ ਸਾਈਡ ਤੇ ਧਰਨਾ ਲਾਇਆ, ਉਹਨਾਂ ਨੇ ਚੁੱਕਿਆ ਨਹੀਂ। ਪਰ ਫਿਰ ਵੀ ਜਿਹੜੇ ਅਸੀਂ ਗੁਲਾਮ ਬੰਦੇ ਆ, ਜਿਹੜੇ ਬੰਦਿਆਂ ਨੂੰ ਅਸੀਂ ਰਾਜ ਭਾਗ ਦਿੰਨੇ ਆ ਤੇ ਉਹ ਕੀ ਕਰਦੇ ਆ, ਉਹੀ ਸਾਨੂੰ ਕੁੱਟਦੇ ਆ, ਫਿਰ ਲੁੱਟਦੇ ਆ। ਫਿਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ, ਇਹ ਸਿੱਧੀ ਜੀ ਸਪਸ਼ਟ ਹੈ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ, ਕਰਾਉਣ ਵਾਲਿਆਂ ਨੂੰ ਉਹ ਬਚਾ ਰਹੇ ਹੈ, ਉਹੀ ਮੁੱਖ ਦੋਸ਼ੀ ਹੈ। ਮੈਨੂੰ ਦੱਸੋ, ਜਿਹੜੀਆਂ ਸਰਕਾਰਾਂ ਨੇ ਸਰਸੇ ਵਾਲੇ ਸਾਧ ਨੂੰ ਪਰੋਲ ਦਿੱਤੀ ਹੈ, ਉਹ ਦੱਸਣ ਵੀ ਗੁਰੂ ਗ੍ਰੰਥ ਸਾਹਿਬ ਵੱਡਾ ਕਿ ਸਰਸੇ ਵਾਲਾ ਸਾਧ ਵੱਡਾ। ਉਸ ਕਰਕੇ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੂੰ ਛੱਡਿਆ, ਅਦਾਲਤਾਂ ਨੇ ਜ਼ਮਾਨਤਾਂ ਦਿੱਤੀਆਂ, ਹੁਣ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਕਿ ਉਹ ਜਿਹੜੇ ਪੁਲਿਸ ਅਫਸਰ ਜਿਹੜੇ ਰਾਹ ਤੇ ਫਿਰ ਤੁਸੀਂ ਤੁਰੇ ਆ, ਲੋਕ ਇਸ ਰਾਹ ਤੇ ਸਾਥ ਕਿਉਂ ਨਹੀਂ ਦਿੰਦੇ? ਮੈਂ ਤਾਂ ਇੱਕ ਗੱਲ ਪੁੱਛਦਾ, ਚਲੋ ਮੈਂ ਤੁਹਾਡੀ ਗੱਲ ਵੀ ਵੱਡੀ ਕਰਦਾ। ਗੱਲ ਇਹ ਹੈ ਕਿ ਫਿਰ ਅਸੀਂ ਸਮਝਾਉਣ ਦੇ ਵਿੱਚ ਜੀ ਅਸੀਂ ਸਮਝਾਇਆ, ਉਹਨੂੰ ਸੰਗਰੂਰ ਦੇ ਵਿੱਚ ਸਮਝਾਇਆ, ਬਾਈ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਕੁਛ ਸਾਡੇ ਹੱਕ 'ਚ ਵੋਟ ਪਾਈ ਹੈ, ਫਿਰ ਵੀ ਅਸੀਂ ਗੁਲਾਮ ਬੰਦੇ, ਲੋਕ ਮੰਨਣ ਚ ਨਾ ਮੰਨਣ, ਅਸੀਂ ਆਪਦੀ ਲੜਾਈ ਗੁਰੂ ਗ੍ਰੰਥ ਸਾਹਿਬ ਵਾਲੀ ਤੇ ਸਾਰੀਆਂ ਲੜਾਈ ਆਪਦਾ ਮੁਤਫਿਕ ਹੋ ਕੇ ਅਸੀਂ ਲੜੀ ਜਾ ਰਹੇ ਹਾਂ ਤੇ ਲੜਦੇ ਰਹਾਂਗੇ, ਜਿੰਨਾ ਚਿਰ ਅਸਲ ਸਾਰੇ ਮਸਲਿਆਂ ਦਾ ਹੱਲ ਹੈ ਕਿ ਇੰਡੀਅਨ ਸਟੇਟ ਤੇ ਸਟੇਟ ਸਰਕਾਰਾਂ ਦਿੱਲੀ ਦੇ ਯਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਾਣਬੁੱਝ ਕੇ ਕਰਾ ਰਹੇ ਤੇ ਦੋਸ਼ੀਆਂ ਨੂੰ ਬਚਾ ਰਹੇ ਨੇ। ਇਹਦਾ ਇੱਕੋ ਹੱਲ ਹੈ। ਕਮੇਟੀ ਦਾ ਕੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਰੋਲ ਹੋਣਾ ਚਾਹੀਦਾ ਹੈ? ਜਥੇਦਾਰ ਸਾਹਿਬ ਨੂੰ ਕੀ ਸਟੇਟ ਉਹਨਾਂ ਨੂੰ ਕੀ ਸਟੈਂਡ ਲੈਣਾ ਚਾਹੀਦਾ? ਨਾ ਜੀ, ਜਥੇਦਾਰ ਜੀ ਨੂੰ ਸਟੈਂਡ ਤਾਂ ਜਥੇਦਾਰ ਤਾਂ ਇਹ ਹੈ, ਜਥੇਦਾਰ ਤਾਂ ਅੱਜ ਤੱਕ ਇਹ ਨਹੀਂ ਸਪਸ਼ਟ ਕਰਦੇ ਕਿ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋ ਗਏ, ਉਹ ਕਿੱਥੇ ਗਏ ਆ, ਕੌਣ ਗਏ ਆ, ਉਹ ਹੁਣ ਹਜੇ ਤੱਕ ਉਹ ਦੱਸ ਹੀ ਨਹੀਂ ਰਹੇ ਜੀ। ਉਹਨਾਂ ਨੇ ਜਥੇਦਾਰਾਂ ਨੇ ਇਹ ਨਹੀਂ ਕੀਤਾ ਕਿ ਜਿਹੜੀ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਹੈ, ਇਹ ਕਿਉਂ ਦਿੱਤੀ ਹੈ? ਭਾਵੇਂ ਕੌਮ ਦੇ ਦਬਾਅ ਨਾਲ ਉਹ ਮਾਫੀ ਵਾਪਸ ਹੋ ਗਈ ਹੈ। ਹਜੇ ਤੱਕ ਜਿਹੜੇ 92 ਲੱਖ ਦੇ ਇਸ਼ਤਿਹਾਰ ਦਿੱਤੇ ਸੀ, ਉਹਦੇ ਪੈਸੇ ਨਹੀਂ ਹਜੇ ਵਾਪਸ ਆਏ। ਇਹ ਸਾਰਾ ਕੁਝ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਿੱਖ ਪਾਰਲੀਮੈਂਟ ਦੀਆਂ ਚੋਣਾਂ 12 ਸਾਲ ਤੋਂ ਹੋਈਆਂ ਨਹੀਂ, ਸਾਡਾ ਜਥੇਦਾਰ ਬੋਲ ਹੀ ਨਹੀਂ ਰਹੇ ਵੀ ਚੋਣਾਂ ਹੋਣੀਆਂ ਚਾਹੀਦੀਆਂ। ਇਸ ਕਰਕੇ ਸਾਰੇ ਇੰਡੀਅਨ ਸਟੇਟ ਦੇ ਥੱਲੇ ਲੱਗੇ ਹੋਏ ਆ ਤੇ ਇਸ ਕਰਕੇ ਇਹ ਉਹਨਾਂ ਚਿਰ ਇਨਸਾਫ ਸਾਨੂੰ ਨਹੀਂ ਮਿਲਣਾ ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ, ਮੁਲਕ ਨਹੀਂ ਆਉਂਦਾ, ਖਾਲਸਾ ਨਹੀਂ ਬਣਦਾ, ਉਹਨਾਂ ਚਿਰ ਕੱਖ ਨਹੀਂ ਹੋਣਾ ਜੀ। ਠੀਕ ਹੈ, ਤੁਸੀਂ ਇਸ ਚਰਚਾ ਦੇ ਵਿੱਚ ਜੁੜੇ। ਜਸਕਰਨ ਜੀ, ਤੁਹਾਡਾ ਵੀ, ਜਥੇਦਾਰ ਸਾਹਿਬ ਕੇਵਲ ਸਿੰਘ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਸਮਾਂ ਕੱਢਿਆ, ਤੁਸੀਂ ਗੱਲਬਾਤ ਦੇ ਵਿੱਚ ਜੁੜੇ। ਔਰ ਇੱਕ ਸਵਾਲ ਇਹੀ ਦਰਸ਼ਕਾਂ ਦੇ ਸਾਹਮਣੇ ਵੱਡਾ ਬੜਿਆ ਹੋਇਆ ਕਿ ਬੇਅਦਬੀਆਂ ਦਾ ਆਖਰ ਹੱਲ ਕੀ ਹੈ?
ਕਦੋਂ ਤੱਕ ਇਹ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ, ਜਿਹੜਾ ਕਿ ਸਾਡੇ ਜਨਮ ਤੋਂ ਹੀ ਇਹ ਤੁਰਦਾ ਆ ਰਿਹਾ ਹੈ। ਔਰ ਜਦੋਂ ਵੀ ਕੋਈ ਇਹਦਾ ਇਨਸਾਫ ਲੈਣ ਜਾਂਦਾ ਤੇ ਸਿਰਫ ਉਹਨੂੰ ਗੋਲੀ ਤੇ ਜਿਹੜੀ ਹੈ ਸਰਕਾਰੀ ਤੰਤਰ ਦੀ ਡਾਂਗ ਹੀ ਕਿਉਂ ਮਿਲਦੀ ਹੈ ਇਨਸਾਫ ਦੀ ਬਜਾਏ। ਆਖਰ ਇਹ ਵਰਤਾਰਾ ਕਦੋਂ ਤੱਕ ਵਾਪਰਦਾ ਰਹੇਗਾ, ਕਦੋਂ ਬੇਅਦਬੀਆਂ ਰੁਕਣਗੀਆਂ ਔਰ ਕਦੋਂ ਇਹਨਾਂ ਤੇ ਸਖਤ ਸਟੈਂਡ ਲਿਆ ਜਾਏਗਾ। ਤੁਸੀਂ ਵੀ ਆਪਣੀ ਇਸ ਚਰਚਾ ਦੇ ਵਿੱਚ ਸ਼ਮੂਲੀਅਤ ਦਰਜ ਕਰਾ ਸਕਦੇ ਹੋ ਆਪਣੇ ਵਿਚਾਰ ਸਾਂਝੇ ਕਰਕੇ ਕਮੈਂਟਸ ਦੇ ਰੂਪ ਦੇ ਵਿੱਚ। ਇਸ ਚਰਚਾ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।